ਤਮੀਜ਼ ਦੀ ਗੱਲ ਨਾ ਤੇਰੇ ਮੂੰਹ ਤੇ, ਤਮੀਜ਼ ਦੀ ਗੱਲ ਤੇਰੇ ਮੂੰਹ ਸਾਈਦੀ ਨਹੀਂ ਲਾਲ ਕਰ ਛੱਡਿਆ 16 ਦਿਨ ਤੱਕ ਲਾਲ ਹੋਇਆ ਰਹੇ ਯਾਰ ਸੀ ਨਹੀਂ ਹੈ ਮਿਰਜ਼ਾ ਸਾਹਿਬ ਆਂਦੇ ਨੇ ਮੈਂ ਤਾਂ 16 ਦਿਨ ਤੱਕ ਲਾਲ ਅਹਿਮਦ ਜੱਟ ਸਾਹਿਬ ਲਾਲ ਨਹੀਂ ਕੀਤਾ। ਅਹਿਮਦ ਜੱਟ ਸਾਹਿਬ ਪਤਾ ਕੀ ਹੈ, ਇਹ ਫਾਰਗ ਲੋਕ ਨੇ ਬਿਲਕੁਲ, ਠੀਕ ਹੈ। ਇਹਨਾਂ ਕੋਲ ਨਾ ਕੋਈ ਦਲੀਲ ਹੈ। ਹੁਣ ਅੱਗੇ ਤੁਹਾਨੂੰ ਕਹਿਣ ਡਿਆ ਕਿ ਅਸੀਂ ਕਿਸੇ ਦਾ ਇੰਤਜ਼ਾਰ ਨਹੀਂ ਕਰਨ ਡੇ, ਫਿਰ ਕਹਿੰਦੇ ਹਜ਼ਰਤ ਈਸਾ ਦਾ ਕਰਨ ਡੇ ਆ, ਠੀਕ ਹੈ। ਇਹ ਨਾ 2 ਨੰਬਰ ਲੋਕ ਟੋਟਲ। ਯਾਰ ਤੁਹਾਨੂੰ ਯਕੀਨ ਨਹੀਂ ਆਣਾ, ਮੈਂ ਤੁਹਾਨੂੰ ਵਿਖਾ ਦਿੰਦਾ। ਤੂੰ ਐ ਮੈਂ ਵੀ ਇਹਨਾਂ ਗੱਲ ਕਹਿ ਰਿਹਾ ਕਿ ਅੱਗੇ ਦੋ ਗੱਲ ਕਰ ਇਟਲੀ ਵਾਲਾ ਜਿਹੜਾ ਕਿਉਂ ਲਾਇਆ ਜੀ, ਇਹ ਇਟਲੀ ਵਾਲਾ ਜਿਹੜਾ ਕਹਿ ਰਿਹਾ ਸੀ ਅਸੀਂ ਕਿਸੇ ਦਾ ਇੰਤਜ਼ਾਰ ਨਹੀਂ ਕਰਨ ਡੇ, ਅਸੀਂ ਹਜ਼ਰਤ ਈਸਾ ਦਾ ਕਰਨ ਡੇ। ਭਾਈ ਤੂੰ ਤੇਰਾ ਮੌਕਫ ਕੀ ਹੈ? ਭਾਈ ਜੀ ਇਹੀ ਤੇ ਕਹਿ ਰਿਹਾ, ਯਾਰ ਰਸੂਲ ਵੀ ਇਹ ਕਹਿ ਰਿਹਾ ਸੀ, ਕਦੀ ਕਹਿ ਰਹੇ ਨੇ ਆਣਾ, ਕਦੀ ਕਹਿੰਦੇ ਨਹੀਂ ਆਣਾ। ਦੇਖੋ ਇਹਨਾਂ ਦੇ ਬਿਆਨ ਹੀ ਅਸੀਂ ਕਿਸ ਦਾ ਇੰਤਜ਼ਾਰ ਨਹੀਂ ਕਰਨ ਡੇ ਭਾਈ। ਤੇਰਾ ਤੁਸੀਂ ਨਹੀਂ ਇੰਤਜ਼ਾਰ ਕਰਨ ਡੇ ਤੇ ਇੱਥੇ ਬਹਿ ਕੇ ਖਤਮ ਨਬੂਵਤ ਕਿਹਨੂੰ ਪੇਸ਼ ਕਰਨ ਡੇ ਹੋ? ਇੱਕ ਬੰਦਾ ਗੱਲ ਕਰੋ ਤੇ ਜਵਾਬ ਲਓ। ਖਤਮ ਨਬੂਵਤ ਉੱਥੇ ਵੜ ਜਾਂਦੀ ਹੈ ਜਦੋਂ ਹਜ਼ਰਤ ਈਸਾ ਦਾ ਇੰਤਜ਼ਾਰ ਕਰਨ ਡੇ। ਲਓ ਜੀ ਜੱਟ ਸਾਹਿਬ, ਦੇਖ ਲੈ ਬਕਵਾਸ ਤੂੰ ਲੱਗਾ ਕਰਨ। ਇਹ ਖੋਤੇ ਤੇ ਪ੍ਰੋਫੈਸਰ ਲਈ ਮੇਰੀ ਗੱਲ ਦਾ ਗਲਤ ਮਤਲਬ ਨਹੀਂ ਲੈਣਾ, ਗੱਲ ਦਾ ਗਲਤ ਮਤਲਬ ਨਹੀਂ ਲੈਣਾ ਭਾਈ ਜਾਨ। ਇੱਕ ਸੈਕਿੰਡ, ਚੁਣਾਵ ਸਹੀ ਨਹੀਂ ਕਰ ਰਹੇ ਤੁਸੀਂ। ਮੇਰੀ ਗੱਲ ਸੁਣ, ਚੁਣਾਵ ਭਾਜੀ ਤੁਸੀਂ ਸਹੀ ਨਹੀਂ ਕਰ। ਚਲੋ ਖਤਮ ਨਬੂਵਤ ਉੱਥੇ ਖਰਾਬ ਹੋ ਜਾਂਦੀ ਹੈ। ਨਹੀਂ ਇਹ ਮਿਰਜ਼ਾ ਹੀ ਲਾਲ ਕਰਨਾ ਪੈਣਾ ਇਹਨੇ। ਫਿਰ ਇਹ ਜੱਟ ਨੂੰ ਦੱਸ ਰਹੇ ਆ ਵੀ ਇਹ ਬਗੈਰਤ, ਇਹ ਬਗੈਰਤੀ ਕਰਦਾ ਤੇ ਇਹ ਮਿਰਜ਼ੇ ਦੀ ਖੁੰਬ ਠਪਾਏਗਾ ਤੇ ਫਿਰ ਇਹਨੂੰ ਸਕੂਨ ਆਣਾ। ਯਾਰ ਤੇਰਾ ਤੇ ਲੱਕਾ ਦਾਦਾ ਮਰ ਗਿਆ, ਤੂੰ ਨਹੀਂ ਕਰਨ ਡੇ, ਦਾਦੀ ਮਰ ਗਈ ਤੇਰੀ। ਗੱਲ ਸੁਣ, ਗੱਲ ਸੁਣ, ਇਹ ਉਸ ਖਤਮ ਨਬੂਵਤ ਉੱਥੇ ਖਤਮ ਹੋ ਜਾਂਦੀ ਹੈ ਜਦੋਂ ਤੂੰ ਕਹਿੰਦਾ ਕਿ ਹਜ਼ਰਤ ਈਸਾ ਦਾ ਇੰਤਜ਼ਾਰ ਹੈ ਸਾਨੂੰ। ਹੁਣ ਤੇਰੀ ਗੱਲ ਕਿਹੜੀ ਮੰਨੀ ਹੈ ਮੈਨੂੰ ਉਹ ਦੱਸ। ਡਾਕਟਰ ਡੇਰਿੰਗ, ਡਾਕਟਰ ਡੇਰਿੰਗ ਤੇਰੀ ਗੱਲ ਕਿਹੜੀ ਮੰਨੀ ਹੈ? ਡਾਕਟਰ ਕੀ ਲਿਖਿਆ ਹੋਇਆ ਇਹ ਪੜ੍ਹ ਕੇ ਦੱਸ ਕੀ ਲਿਖਿਆ ਹੋਇਆ। ਮੇਰੀ ਗੱਲ ਸੁਣ, ਇਹ ਮਿਰਜ਼ਾ ਲੱਗਾ ਜੇ ਬੜਨ, ਇਹ ਵੇਖ ਕੀ ਲਿਖਿਆ ਹੋਇਆ। ਕਹਿੰਦਾ एक मरतबा मैं कुलंज जहीरी से सख्त बीमार हुआ और 16 दिन पखाना की राह से खून आता रहा और सख्त दर्द था जो बयान से बाहर है। निशान नंबर 85। ਇਹ ਕਹਿੰਦਾ ਮੇਰਾ ਮੋਜਜ਼ਾ ਨੰਬਰ 85 ਤੇ ਮੇਰੇ ਪਖਾਨਾ ਦੀ ਰਾਹ ਤੋਂ ਖੂਨ ਆਂਦਾ ਰਿਹਾ 16 ਦਿਨ ਤੱਕ। ਇਹ ਤੇਰੇ ਸਾਹਮਣੇ ਲਿਖਿਆ ਹੋਇਆ। ਹਜ਼ਰਤ ਸਲਮ ਨੂੰ ਇਹ ਬਿਮਾਰੀ ਹੋਈ ਪੜ੍ਹ ਰਿਹਾ? ਦੱਸ। ਹਜ਼ਰਤ ਸਲਮ ਨੂੰ ਇਹ ਬਿਮਾਰੀ ਹੋਈ ਸੀ। ਇਹ ਕਿਹੜਾ ਮੋਜਜ਼ਾ ਸੀ? ਇਹ ਬਿਮਾਰੀ ਹੋਈ ਹੁਣ ਦੱਸ। ਇਹ ਕਿਹੜਾ ਮੋਜਜ਼ਾ ਸੀ? ਇਹ ਪਤਾ ਕੀ ਬਕਵਾਸ ਕਰਨ ਲੱਗੇ ਆ ਅਹਿਮਦ ਜੱਟ ਸਾਹਿਬ? ਅੱਛਾ ਉਹਨੂੰ ਲਾ ਦਿੱਤਾ ਇਹਨੂੰ। ਇੱਕ ਮਿੰਟ ਇਹਦਾ ਦਿਲ ਨੁਸਰਤ ਟਰਾਂਸਪੋਰਟ। ਇਹ ਹੁਣ ਬਕਵਾਸ ਜਿਹੜਾ ਕਰਕੇ ਗਿਆ ਨਾ, ਇਹ ਬਕਵਾਸ ਜਿਹੜਾ ਕਰਕੇ ਗਿਆ ਨਾ, ਦਰਅਸਲ ਇਹ ਚਾਹੁੰਦਾ ਕਿ ਅਸੀਂ ਇੱਥੇ ਬਹਿ ਕੇ ਦੱਸੀਏ ਕਿ ਜਿਹੜੀ ਮਿਰਜ਼ੇ ਗੁਲਾਮ ਕਾਦੀਆਨੀ ਦੀ ਬੀਵੀ ਸੀ ਨਾ ਨੁਸਰਤ ਜਹਾਂ ਬੇਗਮ, ਉਹ ਕਾਦੀਆਨ ਦੇ ਖੋਤਿਆਂ ਕੋਲੋਂ ਯਬਨ ਕਤੀਤਾ ਕਰਾਉਂਦੀ ਸੀ। ਖੋਤੇ ਚੜ੍ਹਦੇ ਸੀ ਉਹਦੇ ਉੱਤੇ ਤੇ ਖੋਤੇ ਉਹਨੂੰ ਕੰਮ ਪਾਉਂਦੇ ਸੀ ਤੇ ਵਿੱਚੋਂ ਜੰਮਿਆ ਬਸ਼ੀਰੁদ্দিন ਮਹਿਮੂਦ। ਖੋਤੇ ਦੇ ਨੁਤਫੇ ਦੀ ਨਹੀਂ, ਇਹ ਹੁਣ ਸੁਣੇਗਾ ਨਾ ਜੋ ਬਕਵਾਸ ਕਰਕੇ ਗਿਆ ਨਾ। ਮਾਫੀ ਤੇ ਆਈ, ਤੁਸੀਂ ਲੈਣਾ ਤੁਸੀਂ ਵੀ ਲੈ ਜਾਓ। ਨਹੀਂ ਮੇਰੀ ਗੱਲ ਸੁਣੋ, ਤੁਸੀਂ ਇੱਕ ਬੇਵਕੂਫ ਬੰਦੇ ਨੂੰ ਉਹ ਬਕਵਾਸ ਕਰਕੇ ਗਿਆ ਵਾ, ਉਹਦਾ ਇਲਾਜ ਇਹੀ ਆ। ਹੁਣ ਤੁਸੀਂ ਮਾਈਕ ਬੰਦ ਕਰਕੇ ਚੁੱਪ ਕਰਕੇ ਸੁਣੋ। ਨੁਸਰਤ ਜਹਾਂ ਬੇਗਮ ਕਾਦੀਆਨ ਦੇ ਖੋਤਿਆਂ ਦੇ ਥੱਲੇ ਸੌਂਦੀ ਸੀ, ਖੋਤੇ ਉਹਦੇ ਤੇ ਕੰਮ ਪਾਉਂਦੇ ਸੀ ਤੇ ਵਿੱਚੋਂ ਜਿਹੜਾ ਜੰਮਿਆ ਨਾ ਮੁੰਡਾ, ਉਹਦਾ ਇੱਕ ਦਾ ਨਾਂ ਸੀ ਬਸ਼ੀਰੁদ্দিন ਮਹਿਮੂਦ। ਨਹੀਂ ਇਹ ਹੁਣ ਸੁਣੋ ਤੁਸੀਂ, ਇਹ ਹੁਣ ਤੁਸੀਂ ਸੁਣੋ, ਕਿਉਂਕਿ ਤੁਸੀਂ ਇਹੀ ਕਰਵਾਉਣਾ ਚਾਹੁੰਦੇ ਹੋ ਨਾ, ਇਹੀ ਕਰਵਾਉਣਾ ਚਾਹੁੰਦੇ ਹੋ। ਉਦੋਂ ਤਾਂ ਤੂੰ ਬਕਵਾਸ ਨਹੀਂ ਕੀਤੀ, ਤੂੰ ਮਾਈਕ ਨਹੀਂ ਫੁੱਟਿਆ ਜਦੋਂ ਭੌਂਕ ਰਿਹਾ ਸੀ। ਜੀ ਗੱਲ ਹੈ, ਹੁਣ ਤੈਨੂੰ ਤਕਲੀਫ ਹੋ ਰਹੀ ਆ। ਹੁਣ ਇੱਥੇ ਝਟਕ ਸੁਣੋ, ਅਸੀਂ ਦੱਸਦੇ ਹਾਂ ਕਿ ਇਹ ਮਿਰਜ਼ਾ ਮਹਿਮੂਦ ਜਿਹੜਾ ਇਹਨਾਂ ਦਾ, ਜਿਹਨੂੰ ਮੁਸਲੇ ਮੌਦ ਬਣਾਈ ਫਿਰਦੇ ਨੇ, ਜਿਹੜਾ 2 ਨੰਬਰ ਖਲੀਫਾ ਸੀ ਇਹਨਾਂ ਦਾ, ਖਲੀਫਾ ਜ਼ਾਨੀ, ਇਹ ਪੈਦਾ ਕਿੰਜ ਹੋਇਆ? ਇਹ ਪੈਦਾ ਇੰਜ ਹੋਇਆ ਸੀ ਕਿ ਨੁਸਰਤ ਜਹਾਂ ਜਿਹੜੀ ਸੀ ਨਾ ਲੌਂਡੀ ਹਕੀਮ ਨੂਰਦੀਨ ਦੀ, ਉਹ ਹਕੀਮ ਨੂਰਦੀਨ ਦੀ ਜਿਹੜੀ ਲੌਂਡੀ ਸੀ ਨਾ ਨੁਸਰਤ ਜਹਾਂ, ਉਹਦੇ ਤੇ ਚੜ੍ਹਦੇ ਸੀ ਖੋਤੇ। ਉਹ ਖੋਤੇ ਦੇ ਨੁਤਫੇ ਦਾ ਸੀ ਉਹ ਜਿਹੜਾ ਇਹਨਾਂ ਦਾ 2 ਨੰਬਰ ਖਲੀਫਾ ਸੀ, ਇਹ ਮਿਰਜ਼ਾ ਮਹਿਮੂਦ। ਉੱਤਾ ਪ੍ਰੋਫੈਸਰ ਉਹ ਫਿਰ ਜਦੋਂ ਵੱਡਾ ਹੋਇਆ ਨਾ, ਉਹਨੇ ਕੀ ਕੰਮ ਕੀਤਾ, ਉਹਨੇ ਵਿਆਹ ਸ਼ਾਹ ਉਹਦੇ ਹੋਏ ਤੇ ਉਹਦੀਆਂ ਜੰਮੀਆਂ ਕੁੜੀਆਂ, ਉਹ ਆਪਣੀਆਂ ਸਗੀਆਂ ਕੁੜੀਆਂ ਨੂੰ ਢਾ ਲੈਂਦਾ ਸੀ ਤੇ ਸਗੀਆਂ ਕੁੜੀਆਂ ਨਾਲ ਜ਼ਨਾ ਕਰਦਾ ਸੀ। ਕੋਈ ਅਸਰ ਨਹੀਂ ਹੈਗਾ, ਇਹ ਸਗੀਆਂ ਕੁੜੀਆਂ ਨਾਲ ਜ਼ਨਾ ਕਰਦਾ ਸੀ ਤੁਹਾਡਾ ਇਹ 2 ਨੰਬਰ ਜਿਹੜਾ ਖਲੀਫਾ ਸੀ। ਇਹ ਮਿਰਜ਼ਾ ਮਹਿਮੂਦ ਕਿਉਂ ਕਰਦਾ ਸੀ? ਕਿਉਂਕਿ ਇਹਦੀ ਮਾਂ ਜਿਹੜੀ ਸੀ ਨਾ ਮਿਰਜ਼ਾ ਗੁਲਾਮ ਕਾਦੀਆਨੀ ਦੀ ਬੀਵੀ ਨੁਸਰਤ ਜਹਾਂ ਬੇਗਮ, ਉਹ ਖੋਤਿਆਂ ਕੋਲੋਂ ਕੰਮ ਪਵਾਉਂਦੀ ਸੀ ਤੇ ਖੋਤਿਆਂ ਦੇ ਜਿਹੜੇ ਹੁੰਦੇ ਨੇ, ਖੋਤਿਆਂ ਕੋਲੋਂ ਤੇ ਸੂਰਾਂ ਕੋਲੋਂ।
ਇਹ ਸੂਰ ਜਿਹੜੇ ਹੁੰਦੇ ਨੇ ਨਾ, ਸੂਰ ਖਨਜ਼ੀਰ ਜਿਹੜਾ ਹੁੰਦਾ, ਇਹਦੀ ਆਦਤ ਆ, ਖਨਜ਼ੀਰ ਨੂੰ ਕੋਈ ਪਹਿਚਾਣ ਨਹੀਂ ਹੁੰਦੀ। ਇਹ ਜਾਨਵਰਾਂ ਦੇ ਵਿੱਚ ਵੀ ਸੈਂਸ ਹੁੰਦੀ ਆ, ਲੇਕਿਨ ਇੱਕ ਵਾਹਦ ਖਨਜ਼ੀਰ ਆ ਸੈਂਸਲੈਸ, ਜਿਹਦੇ ਵਿੱਚ ਸੈਂਸ ਨਹੀਂ ਹੁੰਦੀ। ਉਹਨੂੰ ਨਹੀਂ ਪਤਾ ਲੱਗਦਾ ਵੀ ਇਹ ਜਿਹਦੇ ਨੂੰ ਮੈਂ ਕੰਮ ਪਾਣ ਡਿਆ ਵਾਂ, ਇਹ ਤੇ ਮੇਰੇ ਨੁਤਫੇ ਨਾਲ ਜੰਮੀ ਆ, ਉਹਨੂੰ ਸੈਂਸ ਨਹੀਂ ਹੁੰਦੀ। ਤੇ ਖਨਜ਼ੀਰ ਐਡਾ ਗੰਦਾ ਜਾਨਵਰ ਹੁੰਦਾ ਜਿਹੜਾ ਆਪਣੇ ਹੀ ਪਖਾਨੇ ਨੂੰ ਖਾ ਜਾਂਦਾ। ਤੇ ਇਸ ਵਜ੍ਹਾ ਤੋਂ ਚੂੰਕਿ ਨੁਸਰਤ ਜਹਾਂ ਉਹ ਖਨਜ਼ੀਰ ਤੁਹਾਡੇ ਕੋਲ ਕਿਸੇ ਦਾ ਪ੍ਰਬੰਧੀ ਸੀ ਖਨਜ਼ੀਰ ਕੋਲੋਂ, ਤੇ ਜਿਹੜਾ ਫਿਰ ਜੰਮਿਆ 2 ਨੰਬਰ ਖਲੀਫਾ ਮਿਰਜ਼ਾ ਮਹਿਮੂਦ, ਉਹ ਇਸੇ ਵਜ੍ਹਾ ਤੋਂ ਉਹ ਫਿਰ ਆਪਣੀਆਂ ਕੁੜੀਆਂ ਨਾਲ ਵੀ ਜ਼ਨਾ ਕਰਦਾ ਸੀ। ਹੁਣ ਤੁਸੀਂ ਥੱਲੇ ਲਾ ਕੇ ਅਸੀਂ ਨਹੀਂ ਕਿਹਾ ਇਹ ਨਹੀਂ, ਇਹਦੀ ਟਕੋਰ ਇੰਜ ਹੀ ਹੋਣੀ ਆ ਨਾ, ਇਹ ਟਕੋਰ ਇੰਜ ਹੀ ਕਰਾਉਂਦੇ ਨੇ ਨਾ, ਅਸੀਂ ਤਾਂ ਪਿੱਟ ਹੀ ਨਹੀਂ ਰਹੇ। ਇਹ ਜੋ ਮਿਰਜ਼ਾ ਮਹਿਮੂਦ 2 ਨੰਬਰ ਖਲੀਫਾ ਕਰਦਾ ਸੀ, ਖੁਦ ਤੁਹਾਡੇ ਮਰਜ਼ਈਆਂ ਨੇ ਲਿਖਿਆ, ਖੁਦ ਤੁਹਾਡੇ ਮਰਜ਼ਈਆਂ ਨੇ ਦੱਸਿਆ, ਫਿਰ ਖੁਦ ਤੁਹਾਡੇ ਮਰਜ਼ਈਆਂ ਨੇ ਦੱਸਿਆ ਕਿ ਮਿਰਜ਼ਾ ਗੁਲਾਮ ਕਾਦੀਆਨੀ ਖੁਦ ਵੀ ਜ਼ਾਨੀ ਸੀ, ਇਹ ਵੀ ਜ਼ਨਾ ਕਰਦਾ ਸੀ। ਉਹ ਤੁਹਾਡੇ ਮਰਜ਼ਈ ਕਹਿੰਦੇ ਨੇ ਕਿ ਸਾਨੂੰ ਜਿਹੜਾ ਨਾ ਇਹ ਮਿਰਜ਼ਾ ਗੁਲਾਮ ਕਾਦੀਆਨੀ ਦੀ ਆਈ ਤਕਲੀਫ ਨਹੀਂ ਹੈ, ਉਹ ਤਾਂ ਕਹਿੰਦਾ ਵਲੀਉੱਲਾ ਸੀ, ਤੇ ਵਲੀਉੱਲਾ ਨਊਜ਼ ਬਿਲਾ ਕਦੀ ਕਦੀ ਜ਼ਨਾ ਕਰ ਲੈਂਦੇ ਨੇ। ਉਹ ਮਰਜ਼ਈ ਕਹਿੰਦਾ ਕਿ ਮਿਰਜ਼ੇ ਨੇ ਜ਼ਨਾ ਕਦੀ ਕਦੀ ਕੀਤਾ, ਲੇਕਿਨ 2 ਨੰਬਰ ਖਲੀਫਾ ਜਿਹੜਾ ਰੋਜ਼ ਜ਼ਨਾ ਕਰਦਾ। ਅਬੂ ਜਹਲ ਵੀ ਹਿੱਸੇ ਦੇ ਇਲਜ਼ਾਮ ਲਾਉਂਦਾ, ਕਿਉਂ? ਇਹ ਸਾਰੇ ਸੂਰਾਂ ਦੀ ਸੱਟ ਸੀ। ਅਬੂ ਜਹਲ ਜੇ ਤੇ ਤੁਹਾਡੇ ਚ ਕੋਈ ਫਰਕ ਨਹੀਂ ਹੈ, ਇਹ ਸੂਰਾਂ ਦੀ ਸੱਟ ਸੀ ਸਾਰੀ। ਇਹ ਤੁਹਾਡੇ ਮਰਜ਼ਈ ਨੇ ਲਾਇਆ ਨਾ, ਮਰਜ਼ਈ ਦੀ ਜਾ ਕਬਰ ਪੱਟੋ। ਅਬੂ ਜਹਲ ਵੀ ਇਹ ਮਰਜ਼ਈਆਂ ਨੇ ਦੱਸਿਆ, ਸਾਨੂੰ ਖਾਬ ਆ ਗਿਆ। ਇਹ ਮਰਜ਼ਈਆਂ ਨੇ ਲਿਖੀਆਂ ਨੇ ਕਿਤਾਬਾਂ, ਮਰਜ਼ਈਆਂ ਨੇ, ਇਹ ਮਰਜ਼ਈਆਂ ਨੇ ਕਿਤਾਬਾਂ ਲਿਖੀਆਂ ਨੇ, ਤੇ ਮਰਜ਼ਈਆਂ ਨੇ ਲਿਖਿਆ, ਆਪਣੀਆਂ ਮਰਜ਼ਈਆਂ ਨੇ ਲਿਖਿਆ। ਅਸੀਂ ਨਹੀਂ ਕਿਹਾ। ਤੁਹਾਡੀ ਅਖਬਾਰ ਦੇ ਵਿੱਚ ਲਿਖਿਆ ਹੋਇਆ ਕਿ ਮਿਰਜ਼ਾ ਗੁਲਾਮ ਕਾਦੀਆਨੀ ਕਦੀ ਕਦੀ ਜ਼ਨਾ ਕਰਦਾ ਸੀ, ਵਿਖਾਵਾਂ ਕੱਢ ਕੇ ਦੇਖੋ। ਕਿਸੇ ਜੇ ਲਿਖਿਆ ਹੋਇਆ ਤੁਹਾਡੀ ਅਖਬਾਰ ਦੇ ਵਿੱਚ ਕਿ ਮਿਰਜ਼ਾ ਕਾਦੀਆਨੀ ਕਦੇ ਜ਼ਨਾ ਕਰਦਾ, ਤੁਹਾਡਾ ਹੈ ਨਹੀਂਗਾ। ਇਹ ਜਿਹੜਾ ਕਰਕੇ ਗਿਆ ਅੱਛੇ ਤਰੀਕੇ ਨਾਲ ਕਰਕੇ ਗਿਆ, ਇਸਤੇਮਾਲ ਕਰ ਰਹੀ ਹੈ। ਨਹੀਂ, ਜਿਹੜਾ ਕਰਕੇ ਗਿਆ ਅੱਛੇ ਤਰੀਕੇ ਨਾਲ ਕਰਕੇ ਗਿਆ, ਇਹਨੂੰ ਕਿਹਾ ਬੰਦੇ ਦੇ ਪੁੱਤਰਾਂ ਤਰ੍ਹਾਂ ਗੱਲ ਕਰਨੀ ਤੇ ਕਰ। ਇਹ ਜੇ ਤੁਹਾਡੇ ਖਨਜ਼ੀਰ ਨੇ, ਇਸ ਖਨਜ਼ੀਰ ਦੀ ਸੱਚ ਮਿਰਜ਼ਾ ਗੁਲਾਮ ਕਾਦੀਆਨੀ ਨੇ ਅਗਰ ਇਹ ਲਿਖਿਆ ਵਾ ਕਿ ਮੇਰੇ ਪਿਛਵਾੜਾ ਲਾਲ ਹੋ ਗਿਆ ਸੀ 16 ਦਿਨ ਤੱਕ, ਮੇਰੇ ਪਿਛਵਾੜੇ ਚੋਂ ਖੂਨ ਆਂਦਾ ਰਿਹਾ 16 ਦਿਨ ਤੱਕ, ਮਿਰਜ਼ੇ ਨੇ ਲਿਖਿਆ, ਇਸ ਤੇ ਨਹੀਂ ਲਿਖਿਆ। ਭਾਈ ਜੀ ਤੁਹਾਡੇ ਹਕੀਕਤ ਤੇ ਮਿਰਜ਼ਾ ਗੁਲਾਮ ਕਾਦੀਆਨੀ ਨਹੀਂ, ਪਿਛਵਾੜਾ ਤਾਂ ਮਿਰਜ਼ੇ ਦਾ ਚੰਗਾ ਸੀ, ਪਿਛਵਾੜਾ ਮਿਰਜ਼ੇ ਦਾ ਚੰਗਾ ਸੀ। ਵੇਖੋ 16 ਦਿਨ ਤੱਕ ਖੂਨ ਬਰਦਾਸ਼ਤ ਕਰ ਗਿਆ। ਅਸੀਂ ਤਾਂ ਕਿਹਾ ਉਹ 16 ਦਿਨ ਤੱਕ ਖੂਨ ਬਰਦਾਸ਼ਤ ਕਰਕੇ ਉਹਨੇ ਆਪ ਲਿਖਿਆ, ਇਸ ਤੇ ਨਹੀਂ ਲਿਖਿਆ, ਮੌਲਵੀਆਂ ਤੇ ਨਹੀਂ ਲਿਖਿਆ ਕਿਤਾਬਾਂ, ਇਹ ਮਿਰਜ਼ੇ ਨੇ ਆਪ ਲਿਖਿਆ। ਤੇ ਮਿਰਜ਼ੇ ਦਾ ਲਿਖਿਆ ਤੁਹਾਨੂੰ ਵਿਖਾ ਦਈ ਹੈ, ਤੁਸੀਂ ਭੌਂਕੜਾ ਅੰਬੀਆ ਕਰਾਮ ਤੇ ਅਬੂ ਜਹਲ ਵੀ ਇਸਤੇਮਾਲ ਕਰਦੇ ਜ਼ਬਾਨ, ਸਮਝ ਲੱਗੀ ਕਿ ਨਹੀਂ? ਐ ਅਸੀਂ ਲਿਖਿਆ, ਜਿਹੜਾ ਤੁਹਾਡੇ ਸਾਹਮਣੇ ਲਿਖਿਆ ਹੋਇਆ, ਮਿਰਜ਼ਾ ਕਹਿੰਦਾ 16 ਦਿਨ ਤੱਕ ਮੇਰੇ ਪਿਛਵਾੜੇ 'ਚੋਂ ਖੂਨ ਆਂਦਾ ਰਿਹਾ, ਅਸੀਂ ਲਿਖਿਆ? ਦੱਸੋ। ਇਹ ਜਿਹੜਾ ਤੁਹਾਡੇ ਸਾਹਮਣੇ ਸਕੈਨ ਲੱਗਿਆ ਮਿਰਜ਼ਾ ਗੁਲਾਮ ਕਾਦੀਆਨੀ ਦੀ ਕਿਤਾਬ ਦਾ, ਇਹ ਅਸੀਂ ਲਿਖਿਆ? उल्लू दे पट्टे। हेलो, अस्सलाम वालेकुम। अच्छा, ये मैं आपको बता दूं, जो सुनने वाले हैं, ये जितनी बातें की हैं ना, ये मिर्ज़ा गुलाम कादियानी के बारे में खुद इनकी अखबार में लिखा हुआ है। क्योंकि कादियानी के हैं 2 गिरोह, एक लाहौरी गिरोह है और एक है मिर्ज़ा मसरूर। और ये कहते हैं ये मिर्ज़ई था, मिर्ज़ा मसरूर ग्रुप वाला महमूदी, और महमूदी कहते हैं कि ये लाहौरी था। उसने कहा है, इनकी अखबार में लिखा हुआ है, हम अपनी तरफ से बात नहीं कर, मैं अभी स्कैन भी लगा देता हूँ। उसने कहा कि ये मिर्ज़ा गुलाम कादियानी जो था ना, वो वलीउल्लाह था, और मरज़इयों के वलीउल्लाह जो हैं यानी वली जलाश, कहता है वो भी कभी कभी ज़िना करते हैं। अगर मिर्ज़े ने भी कभी ज़िना कर लिया तो क्या हो गया, लेकिन कहता है हमें जो है वो मसला इस 2 नंबर खलीफे से है। इस 2 नंबर हराम का नुतफ़ा जो था बशीरुद्दीन महमूद, वो कहता है कि इससे हमें मसला है कि ये रोज़ ज़िना करता है। इनकी अखबार में लिखा हुआ है, हम अपनी तरफ से तो नहीं बयान कर रहे। इनकी किताब में लिखा हुआ है कि मिर्ज़ा गुलाम कादियानी की जो बीवी थी नुसरत जहाँ बेगम, वो कहती थी मैं हकीम नूरुद्दीन की लौंडी हूँ। और लौंडी किसको कहते हैं? लौंडी का तसव्वुर जो इस्लाम में पाया जाता है वो ये है कि वो औरतें जो जंग में, कोई जंग होती है तो जंग में जो कैदी बन के आती हैं, जिनका कोई वाली वारस नहीं रहता, वो होती हैं लौंडियाँ। तो उनके साथ बगैर निकाह के हम बिस्तरी करने की इजाज़त है। तो ये नुसरत जहाँ बेगम कहती थी मैं हकीम नूरुद्दीन की लौंडी हूँ, उनकी किताब में लिखा हुआ है, यानी बगैर निकाह के उसके लिए नूरे से लौंडी हम बिस्तरी करना जायज़ था।
तो ये हमने अपनी तरफ से तो बात नहीं की, इनके अपने मुरीदों ने, एक मुरीद नहीं है कई हैं, उन्होंने इसका जो गंदे करतूत मिर्ज़ा महमूद के लिखे हुए हैं ना, आप कानों को हाथ लगाएंगे। ये अपनी सारी बेटियों से ज़िना करता था, अपनी बीवियों के साथ गैर मर्दों से ज़िना करवाता था, इनके अपने मुरीदों ने लिखा हुआ है। मौलवियों को ख्वाब आ गया ये 2 नंबर खलीफा जो था। अच्छा, जब ये हम सुनते थे ना तो हम भी कानों को हाथ तो लगाना ही लगाना, हमें यकीन भी नहीं होता था कि यार इतना कोई इंसान गिर सकता है। लेकिन ये 2019 में इनका जो स्कैंडल सामने आया है निदा उन नसर का, उससे तो हमने खुद बात की है, वो तो हमारी आंख सामने उसने सारा भांडा फोड़ा है। ये कोई किताबों की लिखी हुई बात तो नहीं थी कि बंदे को यकीन करते हुए कोई थोड़े तजब्जुब का शिकार हो। उसने बताया। और ये निदा नसर है कौन, ये तारफ सुन ले। मरज़इयों का तीसरा खलीफा जो मिर्ज़ा नासिर अहमद था, जो कि 1974 में कादियानियों की तरफ से पेश होता था जब इनको काफिर करार दिया गया। उसका एक बेटा है, आज भी जिंदा मौजूद है, उसका नाम है मियाँ लुकमान मिर्ज़ा लुकमान अहमद। उसकी शादी हुई जो कादियानियों का चौथा खलीफा था मिर्ज़ा ताहा, उसकी बेटी का नाम है फायजा बीबी, उसके साथ उसकी शादी हुई। यानी तीसरे खलीफे के बेटे की चौथे खलीफे की बेटी से शादी हुई और उनके यहाँ एक लड़की पैदा हुई, नाम है, जिंदा है आज भी, निदा उन नसर। 2019 में उसकी, इनके आज जो 5वां खलीफा है उसके साथ कन्वर्सेशन फोन पे हो रही है, कॉल, वो कॉल रिकॉर्ड की उसने और वो कॉल होगी लीक। उसमें वो बता रही है कि ये एक मौजूदा जो इनका खलीफा है 5वां मिर्ज़ा मसरूर, इसका एक साला है, उसका नाम है महमूद शाह, सबुई बेगम का भाई है। एक डॉक्टर मुबशर है रबवा में, वो डॉक्टर था इनका फजल उमर हॉस्पिटल में, जो कि मर गया, अभी शायद 1.5-2 साल हुए हैं वो मर गया है। तो ये 2019 की ऑडियो लीक है और ये 2024 में मरा है मेरे ख्याल से, डॉक्टर मुबशर। 2 बंदे हो गए, तीसरा बंदा था आमर, चौथा बंदा था निदा उन नसर का बाप, सगा बाप। उसने बताया कि 30 साल से ये सारे चारों लोग, और भी होंगे बीच में, और एक मिर्ज़ा मसरूर भी है, वो भी मैं बताता हूँ, ये मेरे साथ ज़िना कर रहे हैं 30 साल से, सगे बाप समेत। और उसने जब इसको शिकायत लगाई है 5वें खलीफे को, तो 5वां खलीफा कहता है चुप कर जाओ, नाम ना लेना, बताना मत किसी को, वरना जमात तुम्हारे खिलाफ एक्शन लेगी। अच्छा, जब उसने सारे दलाइल वगैरह दिए, 45 मिनट की कॉल है, उसने सारे दलाइल और सबूत वगैरह उसको दिए, तो जब मिर्ज़ा मसरूर के पास अब कोई जवाब नहीं रहा तो उसको कहता है ऑन द रिकॉर्ड ये कॉल, अभी इधर यूट्यूब पे सर्च मारे निदा नसर मिर्ज़ा मसरूर लीक कॉल, अभी आपको मिल जाएगी। तो जब वो लाजवाब हो गया तो कहता है चलो अगर तुम्हारे साथ ये ज़िना हो भी गया है तब भी तुम खामोश हो जाओ, हो सकता है उन्होंने तौबा शौबा कर लियो, अंदाज़ा करें आप। अब ये जब स्कैंडल सामने आया है और फिर इस बात की, निदा नसर की इस बात की, इस स्कैंडल की तस्दीक उसकी माँ ने भी की है, उसकी भी बयान आज यूट्यूब पे मौजूद है। वो माँ कौन है? इनके चौथे खलीफे मिर्ज़ा ताहर की सगी बेटी है। उसने कहा है कि निदा नसर जो इल्ज़ाम लगा रही है अपने बाप समेत सारे ठीक हैं, सच बोल रही है, कुछ भी झूठ नहीं है। तो अब जाके हमें भी यकीन हुआ है कि ये इनका 2 नंबर खलीफा जो था उसके बारे में जो लिखा हुआ है इनके अपने मुरीदों ने अपनी किताबों में, कि ये बहुत बड़ा जानी इंसान था, इतना शदीद किस्म का और कभी किस्म का जानी था कि शैतान भी इससे पनाह मांगता होगा। शैतान ने क्या पनाह मांगनी है कि ये एक थी वो कंजरी डांसर, उसका नाम था मिस रूफो। उसने जनाब वो इसके मुलाजिम रखा हुआ था, तो उसने जो बयान दिया है ना, वो कहती है कि मैं मतलब कि अपनी ज़िंदगी का मेरा ये सबसे ख़तरनाक तरीन मेरा एक्सपीरियंस था कि मैंने इस कदर गंदा इंसान देखा है, इस कदर गंदा इंसान देखा है कि ये अपनी बेटियों को पास बिठाकर ये ज़िना करता था। बिल्कुल सही। तो वो कहती है मैंने इस जैसा गंदा इंसान कभी ज़िंदगी में नहीं देखा। कौन कह रही है? एक डांसर, एक अंग्रेज डांसर
मुसलमान नहीं थी, वो कोई मुल्हद थी या कोई क्रिश्चियन थी, जो भी थी, कोई भी ना वो नहीं करना है इस बारे अंग्रेज डांसर जो है वो कह रही थी। मैं लंब कटा था जिन्हें गल की साडे नाल केड़ी लंब पहली बारी है तो वो जो है वो कहती है कि मैंने इस जैसा गंदा इंसान कभी नहीं देखा। तो आप अंदाजा करें कि जब एक डांसर और एक फाहिशा औरत जो है वो कानों को हाथ लगा रही है तो आम बंदा जो है उसके लिए तो मानना बहुत मुश्किल था। हमें भी कभी होता था कि यार ये कैसा बंदा था। और अब 2019 में जब ये करतूत सामने आए हैं इनके जनाब निदा और नसर ने जो बयान किए हैं उसके बाद तो किसी को शक ही नहीं रहा। तो यार मैग तो बंद करो जी, की हो गया थानू भाई साहब, मैग वाली बंद करो आगे अपना। मैं भी गल्लां करनियां ने एक दो। अस्सलाम वालेकुम। आप करो जी गल्लां। अच्छा भाई असल च गल है ਜਿਹੜਾ ਗੁਲਾਮ ਮਿਰਜ਼ਾ ਸਾਹਿਬ ਦਾ ਜਿਹੜਾ ਡੈਡ ਨੇ ਉਹਨਾਂ ਦੇ ਵਾਲਿਦ ਉਸ ਟਾਈਮ ਇੱਕ ਗੋਰਾ ਜਨਰਲ ਹੁੰਦਾ ਹਾ ਉਸका ਨਾਮ ਹਾ ਰਿਚਰਡ ਆਰਚਰ ਹੈਨਰੀ। ਉਹ ਉਹਨਾਂ ਦੇ ਕੋਲੇ ਜਾ ਕੇ ਚਾਹ ਪਾਣੀ ਪੀਣ ਲੱਗਿਆ ਹਾ। ਉਹਨਾਂ ਨੂੰ ਇਹੋ ਜਿਹਾ ਇੱਕ ਐਸਾ ਬੰਦਾ ਚਾਹੀਦਾ ਹਾ ਜਿਹੜਾ ਨਾ ਮਤਲਬ ਉਸ ਟਾਈਮ ਵਿੱਚ ਇਸਲਾਮ ਵਿੱਚ ਮਤਲਬ ਫਾਲਸ ਇਨਫੋਰਮੇਸ਼ਨ ਫਲਾਣ ਵਾਸਤੇ। ਅੱਗੋਂ ਵੇਖੋ ਜਿਹੜਾ ਗੁਲਾਮ ਮਿਰਜ਼ਾ ਸਾਹਿਬ ਦਾ ਜਿਹੜਾ ਵਾਲਦ ਹੈ ਨਾ ਜਾਂ ਡੈਡ ਉਹਦਾ ਉਹ ਗੋਰਾ ਸਾਹਮਣੇ ਬਹਿ ਗਿਆ, ਚਾਹ ਲੈ ਕੇ ਆਇਆ, ਬਿਸਕਟ ਵੀ ਆਏ ਨੇ ਤੇ ਅੱਗੋਂ ਉਹ ਵੇਖਣ ਲੱਗਿਆ ਬਹਿ ਕੇ ਗੋਰਾ ਹੈ ਮਤਲਬ ਇਹਦਾ ਕੀ ਉਹਦਾ ਹਿਸਾਬ ਇੱਕ ਲਾਉਣ ਲੱਗਿਆ ਕਿਹੋ ਜਿਹਾ ਬੰਦਾ ਹੈ। ਉਹਨੇ ਤੱਕਿਆ ਜਿਸ ਤਰ੍ਹਾਂ ਖਾਂਦਾ ਨਾ ਪਿਆ ਜਿਸ ਤਰ੍ਹਾਂ ਕੁੱਤਿਆਂ ਹਨ ਬਿਸਕਟ ਡੋਬ ਕੇ ਜਿੱਕਣ ਚਾਕੇ ਲਾ ਕੇ ਮੂੰਹ ਚੋਂ ਅੱਧਾ ਬਾਹਰ ਨਿਕਲਦਾ ਪਿਆ ਤੇ ਅੱਧਾ ਅੰਦਰ ਜਾਂਦਾ ਪਿਆ। ਉਹਨੂੰ ਬੰਦਾ ਲੱਭ ਗਿਆ ਜਿਹੜਾ ਨਾ ਇਸਲਾਮ ਜਿਹੜਾ ਮਤਲਬ ਖਰਾਬ ਕਰਨ ਵਾਸਤੇ। ਇਹ ਗੁਲਾਮ ਮਿਰਜ਼ਾ ਸਾਹਿਬ ਦੇ ਜਿਹੜਾ ਵਾਲਦ ਹੈ ਨਾ ਉਹ ਇਹੋ ਜਿਹਾ ਬੰਦਾ ਹਾ। ਆਈਏ ਸਮਝ ਤੁਹਾਨੂੰ। ਜਿਲੇ ਅੱਗੋਂ ਫਿਰ ਮੂੰਹ ਪੂੰਝਦੇ ਹੱਥ ਨਾਲ ਫਿਰ ਉਹੀ ਗੰਦੇ ਹੱਥ ਆਪਣੀ ਜੈਕਟ ਦੇ ਉੱਪਰ ਜੀ ਪਾਈ ਹੁੰਦੀ ਸੀ ਉਹਨੇ ਗੰਦੀ ਜੀ ਉਹਦੇ ਨਾਲ ਜੈਕਟ ਨਾਲ ਆਪਣੇ ਹੱਥ ਪੂੰਝਦਾ ਹਾ। ਵਾਹ ਜੀ ਵਾਹ ਕੀ ਬਾਤ ਆ ਗਈ ਸਮਝ। ਤੇ ਵੇਖੋ ਹੁਣ ਫਿਰ ਅੱਗੋਂ ਜਿਹੜਾ ਗੁਲਾਮ ਮਿਰਜ਼ਾ ਸਾਹਿਬ ਜਿਹੜਾ ਨਾ ਉਹ ਬਿਲਕੁਲ ਡੱਡੂ ਜਿੱਡਾ ਜਿਹਾ ਹੁੰਦਾ ਛੋਟਾ ਜਿਹਾ ਉਸ ਟਾਈਮ ਉਹਨੂੰ ਚੂਜ਼ ਕੀਤਾ ਨੇ ਮਤਲਬ ਵੱਡਾ ਆਪਣੀ ਉਸ ਗਰੁੱਪ ਵਿੱਚ ਉਹਨੂੰ ਵੱਡਿਆਂ ਬਣਾਉਣ ਤੇ ਉਹਦੀਆਂ ਵੀ ਦੀਆਂ ਹਰਕਤਾਂ ਤੇ ਬਹਿਣ ਉੱਠਣ ਵੀ ਜਿੱਕਣ ਕੁੱਤੇ ਨਹੀਂ ਹੁੰਦੇ ਹਨ ਉਸ ਤਰ੍ਹਾਂ ਦਾ ਹੁੰਦਾ ਉਹ ਬੰਦਾ। ਪਾਗਲ ਦਿਮਾਗ ਦੇ। ਆ ਗਈ ਸਮਝ। ਹਾਂਜੀ ਆ ਗਈ। ਤੁਸੀਂ ਕਿਹੜੇ ਇਨਫੋਰਮੇਸ਼ਨ पूरी इन्फॉर्मेशन दी कड्डो। घोड़े का नाम जनरल हा उसका नाम हा रिचर्ड आर्चर हैनरी। सारी ਜਿਹੜੀ ਮਿਰਜ਼ਈ ਨੇ ਸਾਰੀ ਉਸ ਬੰਦੇ ਨੇ ਇਹਨਾਂ ਦਾ ਮਤਲਬ ਫਿਰਕਾ ਸ਼ੁਰੂ ਕੀਤਾ ਹੈ। ਫੇਕ ਮੁਸਲਮਾਨ ਚ ਦੋ ਡਿਵੀਜ਼ਨ ਹੋ ਜਾਣ ਤੇ ਅੱਜ ਵੇਖੋ ਅਸੀਂ ਆਪਸ ਵਿੱਚ ਲੱਗੇ ਆ ਘੁੱਲਣ। ਵਾਕਈ ਜ਼ਾਹਰ ਇਹ ਮਿਰਜ਼ਈ ਸਾਰੇ ਗਲਤ ਨੇ। ਬਿਲਕੁਲ ਬੇਸ਼ੱਕ ਨਾ ਲੱਗੂ। ਇਹ ਜਿਹੜਾ ਟਾਈਮ ਹੈ ਨਾ ਜਿਸਲੇ ਜਿਹੜਾ ਗੁਲਾਮ ਮਿਰਜ਼ਾ ਸਾਹਿਬ ਦਾ ਜਿਹੜੇ ਵਾਲਦ ਹਾ ਇਹ ਟਾਈਮ ਉਹ ਐਸਾ ਟਾਈਮ ਆ ਇਤਨਾ ਡੇਂਜਰਸ ਟਾਈਮ ਹੈ ਨਾ ਜਿਤਨੇ ਪੂਰੇ ਹਿੰਦੁਸਤਾਨ ਦੇ ਵਿਚਾਰੇ ਅਸਲ ਜਿਹੜੇ ਸੁੰਨੀ ਮੁਸਲਿਮ ਸਕਾਲਰ ਹੈ ਨਾ ਉਸ ਟਾਈਮ ਇਹ ਗੋਰਿਆਂ ਨੇ ਕਤਲ ਕੀਤੇ ਹੈ ਪੂਰੇ ਹਿੰਦੁਸਤਾਨ ਵਿੱਚ। ਜਿਹੜੇ ਉੱਚੇ ਮੌਲਵੀ ਹੈ ਇਹ ਤੁਹਾਨੂੰ ਇਨਫੋਰਮੇਸ਼ਨ ਲੱਭਲੀ ਨਹੀਂ ਹੈ ਕਿਤਾਬਾਂ ਵਿੱਚ ਲਿਖੀ ਇਨਫੋਰਮੇਸ਼ਨ ਮਾਰ ਕੇ ਉਹਨਾਂ ਨੂੰ ਦਰਖਤਾਂ ਨਾਲ ਬੰਨਿਆ ਹਾ। ਫਿਰ ਅੱਗੋਂ ਗੰਦੇ ਜਾਨਵਰ ਦਾ ਮਤਲਬ ਜਿਹਨੂੰ ਕਹਿੰਦੇ ਨੇ ਫਿਗ ਜਿਹੜੀ ਉਹਨੂੰ ਮਾਰ ਕੇ ਬੰਨਿਆ ਨਾਲ। ਇਹ ਬਿਲਕੁਲ ਸਹੀ ਹੈ। ਇਤਨਾ ਡਰਾ ਪਾਇਆ ਨਹੀਂ ਮੁਸਲਮਾਨਾਂ ਵਿੱਚ ਉਸ ਟਾਈਮ। ਫਿਰ ਅੱਗੋਂ ਇਹ ਜਿਹੜੇ ਪਾਗਲ ਜਿਹੜੇ ਮਰਜ਼ਈ ਜਿਹੜੇ ਨੇ ਉਸ ਟਾਈਮ ਦੇ ਇਹਨਾਂ ਨੂੰ ਅੱਗੇ ਲਾ ਕੇ ਤਾਂ ਹੋਰ ਉਹਨਾਂ ਨੂੰ ਪਤਾ ਲੱਗਿਆ ਪ੍ਰੋਪਗੈਂਡਾ ਕਰਨੇ ਆ ਇਸਲਾਮ ਨੂੰ ਡਿਵੀਜ਼ਨ ਕਰਨੇ ਆ ਤੇ ਅੱਗੋਂ ਆਪਸ ਵਿੱਚ ਘੁੱਲਣ ਦੇ ਦੋਏ ਫਿਊਚਰ ਵਿੱਚ। ਅੱਜ ਵੇਖੋ ਕੀ ਹੋਣ ਲੱਗੀ ਹੈ। ये लें जी, ये मैंने
आपके सामने लगा दिया। ये 31 अगस्त 1938 का ये अल फजल अखबार है, इसका सफ़ा नंबर 6 है। इसमें वो जो है एक ख़त एक कादियानी ने इनको लिखा अखबार के एडिटर को, और उसने ये ख़त जो है ये छाप दिया अपनी अखबार में। इसमें लिखा हुआ है, पीछे से शुरू हो रहा है, ख़त काफ़ी लंबा है तो मैं यहाँ से पढ़ रहा हूँ। कहता है, लेकिन इस कदर इतराज़ात करने के बावजूद हर ख़त में बड़ा इखलास भी ज़ाहिर किया होता है और लिखा होता है कि हम सिलसिला के खादम हैं। यानी ये कह रहा है कि वो ख़त मैनूं लिखदा ते ख़तां दे विच कुछ इतराज़ भी हुंदे ने, लेकिन हर ख़त दे विच वो ये अपना इखलास भी ज़ाहिर करदा कि असीं इस सिलसिले दे यानी मरज़ई सिलसिले दे असीं खादम। मगर इसकी सिलसिला से मोहब्बत का अंदाज़ा इसी से हो सकता है कि एक ख़त में जिसके मुतल्लक इसने तस्लीम किया है कि वो इसी का लिखा हुआ है, इस पर यह तहरीर किया है कि हज़रत मसीह मऊद वलीउल्लाह थे और वलीउल्लाह भी कभी कभी जना कर लिया करते हैं। अगर उन्होंने कभी कभार जना कर लिया तो इसमें हर्ज क्या हुआ। फिर लिखा है, हमें हज़रत मसीह मऊद पर इतराज़ नहीं, क्योंकि वो कभी कभी जना किया करते थे। हमें इतराज़ मौजूदा खलीफा पर है, क्योंकि वो हर वक्त जना करता रहता है। बिल्कुल सही। अच्छा, अगे वो हुण कह रहे जी ये तहरीर तो लग रहा पैगामी सी, यानी ये लाहौरी ग्रुप का सी बंदा, ते क्योंकि वो कह रहा है कि असी तो मिर्जे नूं नबी मानते हैं, लेकिन लाहौरी जिहड़े वली मानते हैं। तो इत्थों मालूम हुंदा कि वो लाहौरी जमात का बंदा सी। एक दूए ते लांदे रहंदे, भावें लाहौरी होवे ते भावें पिशौरी होए, है तो तुहाडा मिर्ज़ई ना। तो ये 31 अगस्त ਵੇਖੋ ਨਾਲ ਇੱਕ ਹੋਰ ਗੱਲ ਹੈ, 1938 के ਸੌਰੀ अल ਭਾਈ फजल ਇੰਟਰਰਪਟ अखबार में ਕੀਤਾ। लिखा हुआ है, सफ़ा नंबर 6। ਵੇਖੋ ਇੱਕ ਹੋਰ ਗੱਲ ਹੈ, ਵੇਖੋ ਜਿਸ ਲਈ ਇਹ ਫਿਰਕਾ ਜਿਹੜਾ ਉਸ ਟਾਈਮ ਬਣਿਆ ਨਾ ਗੁਲਾਮ ਮਿਰਜ਼ਾ ਦਾ, ਉਸੇ ਟਾਈਮ ਦੋ ਫਿਰਕੇ ਇਹਨਾਂ ਵਿੱਚ ਬਣ ਗਏ ਨੇ। ਸਮਝ ਆਈ ਜੇ ਨਾ। ਵੇਖੋ ਇਹ ਕੋਈ ਫਿਰਕਾ ਹੈ, ਉਸੇ ਟਾਈਮ ਤੇ ਦੋ ਡਿਵੀਜ਼ਨ ਹੋ ਗਏ ਨੇ। ਸਮਝ ਆਈਏ ਨਾ ਕਿਤਨਾ ਬੇਵਕੂਫ ਇਹਨਾਂ ਨੇ ਕੰਮ ਖੇਡ। ਦੋ ਫਿਰਕੇ, ਇੱਕ ਮੰਨਦਾ ਇੱਕ ਕਹਿੰਦਾ ਅਸੀਂ ਉਹ, ਦੋ ਫਿਰਕੇ। ਇਹਨਾਂ ਨੂੰ ਇਹ ਨਹੀਂ ਪਤਾ ਕੀ ਕਰਨਾ ਕੀ ਨਹੀਂ ਕਰਨਾ। ਇੱਥੇ ਮਾਂਚੈਸਟਰ ਵਿੱਚ, ਸਾਡੇ ਮਾਂਚੈਸਟਰ ਵਿੱਚ ਮਰਜ਼ਈ ਜਿਹੜੇ ਨੇ ਹਜ਼ਾਰਾਂ ਦੇ ਹਿਸਾਬ ਤੇ ਫਿਰਨ ਲੱਗੇ ਹੁੰਦੇ ਨੇ, ਪਾਗਲਾਂ ਆਂਗਣ ਸਿਰ ਕੱਢੇ ਨੇ ਤੇ ਗੱਲਾਂ ਫਜ਼ੂਲ ਕਰਦੇ ਰਹਿੰਦੇ ਨੇ। ਕੋਈ ਪਤਾ ਨਹੀਂ ਹੈ ਕੀ ਕਰਨਾ ਕੀ ਨਹੀਂ ਕਰਨਾ ਹੈ। ਫਿਰ ਅੱਗੋਂ ਇਤਨੀਆਂ ਮਿੱਠੀਆਂ ਗੱਲਾਂ ਕਰਦੇ ਨੇ, ਆਓ ਜੀ ਕੀ ਹਾਲ ਹੈ ਕਾ, ਜਿੱਕਣ ਇੰਜ ਆਪਣੀ ਧੀ ਦੇਣੀ ਹੈ। ਇਸ ਤਰ੍ਹਾਂ ਮਿੱਠੀਆਂ ਗੱਲਾਂ ਕਰਦੇ ਨੇ ਭੈਣ ਚੋਦ। नहीं भजन गालियां नहीं नहीं माशाल्लाह जुबान अच्छी तुम्हारी मैनचेस्टर साहब। नहीं मैं दसना मैं गाल नहीं करना चाहता, मैं किसी को गाल नहीं अच्छी है तुम्हारी जुबान, लेकिन दो तरह निकल जाती है ना जी। अस्सलाम वालेकुम डॉक्टर ड्रिंक भाई, मैं एक मिनट साहब निकल जाती है ना, तरबियत ऐसी हुई है निकल जाती है। मैं दसना ना क्यों मैंने गुस्सा है, मैं दसना क्यों गुस्सा। गल है एक दो इत्थे एक फैमिली है मरज़इयां दी, ਉਹਨਾਂ ਨੇ ਝੂਠ ਮਾਰਿਆ ਅਸੀਂ ਸੁੰਨੀ ਆ ਆਪਣੀ ਮਤਲਬ ਬੇਟੇ ਨੂੰ ਸੁਨੀਆਂ ਦੀ ਧੀ ਨੂੰ ਆਪਣੇ ਘਰ ਲਿਆਂਦਾ ਹੈ। ਫਿਰ ਬਾਅਦ ਵਿੱਚ ਪਤਾ ਲੱਗਿਆ ਫੋਕੀ ਨੇ ਤੇ ਭੈਣ ਤੋਂ ਮਰਜ਼ਈ ਨਿਕਲੇ ਨੇ। नहीं मैनचेस्टर भाई गाली नहीं करनी। दूसरी गल है कि जुबान अच्छी है तुम्हारी मैनचेस्टर। मसला ये है मैनचेस्टर भाई, मसला पता क्या है, वो इतने शेम्ड एंड दे आर सो शेम्ड ऑफ मिर्जा कि वो दस ही नहीं सकते। दे कैन नॉट। गल नहीं करता पिया। जुबान है गुलाम साहब है जुबान है जी वो अमजद देखो ਉਹ ਜਨਾਬ ਜੀ ਤੁਸੀਂ ਦੇ ਆਪਣੇ ਮਰਜ਼ੀ ਤੁਸੀਂ ਨੇ ਮਿਰਜ਼ਾ ਦੀ ਜ਼ੁਬਾਨ ਸੁਣੀ ਹੈ ਕਦੇ? अतवाल साहब ये ਜਿਹੜੀ ਜ਼ਬਾਨ मिर्जा ਦੀ ਕਦੇ ਜ਼ੁਬਾਨ ਸੁਣੀ ਹੈ? कंजर जो वल्दुल जना कहलाते हैं वो भी झूठ बोलते हुए शर्माते हैं। ऐ चंगी ज़बान ओहो है ਜਿਹੜੀ ਜ਼ਬਾन है, दुश्मन हमारे बियाबानों के खंजीर हो गए और उनकी औरतें कुत्तियों से बढ़ गई। ऐ चंगी ज़बान? बिल्कुल जनाब बिल्कुल। मैंने एक बंदा गल करे ना। हां जी मैनचेस्टर साहब हां जी, ऐ चंगी है तो फिर ऐ ज़बान नहीं है ਜਿਹੜੀ ਤੁਸੀਂ ਗੱਲ ਕਰੋ ਨਾ, ਉਹ स्लिप ऑफ टंग भी हो ਜਾਂਦਾ है। ਤੁਸੀਂ ਇਧਰ ਗੱਲ ਕਰੋ। ज़बान चंगी है कि जरा कहना जी जो हमारी फतह का कायल नहीं होगा, साफ समझा जाएगा उसे वल्दुल हराम बनने का शौक है, वो हलाल ज़्यादा नहीं है। चंगी ज़बान? अच्छा हां जी मैनचेस्टर साहब हां जी तो फिर ऐ ਜਿਹੜਾ ਉੱਤੇ ਬੈਠਾ ਇਹਨੂੰ ਮਸੀਹ ਮੌਤ ਅਤਵਾਲ ਸਾਹਿਬ ਇਧਰ ਪਿਛਲੇ ਤੇ ਲਾਨਤ ਪਾ ਦੇ।
ਇੱਧਰ ਆ ਜਾਓ, ਇੱਧਰ ਮਿਰਜ਼ੇ ਲਾਓ, ਇਹ ਜੀ ਚੰਗੀ ਮੈਨਚੈਸਟਰ ਜ਼ਬਾਨ ਨੂੰ ਆ। ਛੱਡ ਦਿਓ, ਮਿਰਜ਼ੇ ਲਾਓ। ਇਹ ਜਿਹੜਾ ਤੁਹਾਨੂੰ ਮਾਸ਼ਾਅੱਲਾ, ਲੱਗਦਾ ਗਾਲਾਂ ਕੱਢਣ ਮਾਸ਼ਾਅੱਲਾ ਡਿਆ, ਇਹਨੂੰ ਤੁਹਾਡਾ ਮਸੀਹ ਮੌਤ ਮੰਨ ਲਾ ਤੇ ਪਿਛਲੇ ਵਾਲੇ ਤੇ ਲਾਨਤ ਪਾ ਗੱਲ ਦੇ। ਸੁਣੋ ਗੱਲ ਸੁਣੋ। ਯਾਰ ਇੱਕ ਮਿੰਟ ਠਹਿਰ ਜਾਣਾ, ਮੈਨਚੈਸਟਰ ਨਾਲ ਗੱਲ ਕਰ ਲੈਂਦੇ ਹਾਂ। ਮੈਨਚੈਸਟਰ ਸਾਹਿਬ ਮਾਸ਼ਾਅੱਲਾ, ਕਿਉਂਕਿ ਤੁਹਾਡੇ ਕੋਲ ਦੀਨ ਦਾ ਕਾਫੀ ਉਹਨੇ ਮੈਨਚੈਸਟਰ ਨਾਲ ਕੀ ਗੱਲ ਕਰਨੀ ਹੈ ਨਾ, ਰੋਜ਼ ਦਾ ਤੂੰ ਤਮਾਸ਼ਾ ਫੜਿਆ ਹੋਇਆ, ਫਲਾਣੇ ਨਾਲ ਕਰ ਲੈਣ ਦੇ, ਜਿਹਨੂੰ ਨਹੀਂ ਵਿਚਾਰੇ ਨੂੰ ਪਤਾ ਕਿਸੇ ਗੱਲ ਦਾ, ਫਲਾਣੇ ਨਾਲ ਕਰ ਲੈਣ ਦੇ, ਫਲਾਣੇ ਨਾਲ ਗੱਲ ਕਰ, ਤੂੰ ਮੇਰੇ ਨਾਲ ਕਰ ਅਖਵਾਲ ਗੱਲ। ਸਾਹਿਬ ਹੱਸਣੇ ਦੀ ਕਿਹੜੀ ਗੱਲ ਮੈਨੂੰ ਦੱਸ ਵੀ ਮਿਰਜ਼ੇ ਗੁਲਾਮ ਕਾਦਰ ने ਜਿਹੜਾ ਕਿਹਾ ਕਿ वो कंजर जो वल्दु जिना कहलाते हैं वो भी झूठ बोलते हुए शर्माते हैं। चंगी ज़बान मुस्लिम कहता है इन्हें, मैनचेस्टर को गैर मुस्लिम कहता है, तेनू पता है? दस इधर दे रहे जवाब, इधर उरा हो मुसलमान नहीं, तेरे मकान ला मुसलमान नहीं मैनचेस्टर। है जेड़ा मिर्जा गुलाम कादिर कहते हैं दुश्मन हमारे बेबानों के खंजीर हो गए और उनकी औरतें कुत्तियों से बढ़ गई। है चंगी ज़बान, है चंगी ज़बान। आज जेड़ा मिर्जा गुलाम कादिर ने कहता कि झूठे बंदे की ये निशानी होती है, पहले बड़ी लाभगुजाब मारता है, जब कोई दामन पकड़ के पूछे लाओ कहाँ है, सबूत तो घुस जाता है जहाँ से निकला था। हजार पेश गोइयों से फायदा नहीं उठाता और एक पेश गोई को लेकर कुत्ते की तरह आऊ आऊ करता है। ऐ चंगी ज़बान, पता ही नहीं, मैनचेस्टर ऐ चंगी ज़बान पता ही नहीं। नहीं पता रहा ਤੁਹਾਨੂੰ ਆਪ ਨੂੰ ਨਹੀਂ ਪਤਾ ਮਿਰਜ਼ੇ ਨੇ ਕੀ ਗੰਦ ਲਿਖਿਆ। ਜ਼ਿਆ ਭਾਈ ਮਿਰਜ਼ਾ ਕਹਿੰਦਾ ਮੋਮਨ ਕਿਹਨੂੰ ਕਹਿੰਦੇ ਨੇ? ਆਪ ਮਿਰਜ਼ਾ ਨੂੰ ਮੋਮਨ ਸਮਝਿਆ ਹੋਇਆ ਵਾ ਤੁਸੀਂ, ਆਪ ਮਿਰਜ਼ੇ ਦੀ ਜੁੱਤੀ ਤੇ ਤੁਸੀਂ ਮਿਰਜ਼ੇ ਗੁਲਾਮ ਕਾਦਰ ਨੇ ਖੁਦੇ ਜਿੰਨੀ ਵੀ ਇੱਜ਼ਤ ਨਹੀਂ ਕਰਦੇ, ਜੋ ਕਿਤਾਬਾਂ 'ਚ ਲਿਖ ਗਿਆ ਸੀ ਇੱਕ ਵਾਰੀ ਪੜ੍ਹ ਲਈਏ ਤੇ ਕਿਸੇ ਹੋਰ ਬੰਦੇ ਨੂੰ ਕੀ ਜ਼ਰੂਰਤ ਆ ਪੜ੍ਹਨ ਦੀ ਵੀ। ਮੈਨਚੇਸਟਰ ਤੈਨੂੰ ਕਾਫਰ कहते यार ने, यार ਤੈਨੂੰ ਪਤਾ ਹੀ ਨਹੀਂ ਦੀਨ ਦਾ, ਤੂੰ ਐਵੇਂ ਕਰ ਮੈਂ ਤਾਂ ਦੱਸ ਨਾ ਅਠਵਾਲ ਹੈ ਜਿਹੜਾ ਤੈਨੂੰ ਮੈਂ ਪੁੱਛ ਰਿਹਾ। ਮਿਰਜ਼ਾ ਗੁਲਾਮ कादिर ने ਜਿਹੜਾ ਕਹਿ ਰਿਹਾ वो कंजर जो वल्दु ज़िना कहलाते हैं वो भी झूठ बोलते हुए शर्माते हैं। ठीक कीता सही ਗੱਲ ਲਿਖੀ ਉਹ ਤੇਰੇ ਬਾਈ ਲਿਖੀ ਉਹ ਮੈਨਚੇਸਟਰ। ਓਏ ਇੱਧਰ ਦੱਸ, ਓਏ ਅਠਵਾਲ ਇੱਧਰ ਦੱਸ, ਮੈਨਚੈਸਟਰ ਨੂੰ ਨਹੀਂ ਬੁਲਾਣਾ ਤੂੰ, ਇੱਧਰ ਦੱਸ। ਪਤਾ ਹੀ ਕੋਈ ਨਹੀਂ ਉਹ ਮੈਨਚੇਸਟਰ। ऐ मिर्जा गुलाम कादिर ऐ दीन है, वो कंजर जो वल्दु ज़िना कहलाते हैं झूठ बोलते हुए शर्माते हैं। दीन है ऐ ਤੁਹਾਡਾ दीन है मर्दियो, ਤੈਨੂੰ ਦੀਨ ਦਾ ਪਤਾ ਹੀ ऐ दीन है। नहीं कर सकता। ऐ जो हमारी पता का कायल नहीं होगा साफ समझा जाएगा उसे वल्दुल हराम बनने का शौक है। केड़ा दीन जे, ਤੈਨੂੰ ਦੀਨ ਹੀ ਨਹੀਂ ऐ केड़ा दीन जे 16 दिन तक मेरे पखाना की राह से खून जारी रहा। ऐ केड़ा दीन जे, ਤੈਨੂੰ ਦੀਨ ਹੀ ਨਹੀਂ ਸਿਖਾਇਆ। ऐ केड़ा दीन जे एक दफा कशफ में मेरी हालत ये तारी हुई कि गोया मैं औरत हूँ और मिर्जे के खुदा ने रजूलियत की ताकत का इजहार फरमाया। ऐ केड़ा दीन है, ऐ केड़ा दीन है जेड़ा मिर्जा गुलाम कादिर ने कहंदा मैनू 10 ਮਹੀਨਿਆਂ ਦਾ ਹਮਲ ਹੋ ਗਿਆ ਜਿਹੜਾ ਖੋਤੀ ਨੂੰ ਹੁੰਦਾ ਹੈ। ਕਿਹੜਾ ਦੀਨ ਇਹਦੇ ਤੁਹਾਨੂੰ ਆਪ ਨੂੰ ਨਹੀਂ ਸਮਝ ਆ ਰਹੀ, ਲੋਕਾਂ ਨੂੰ ਕੀ ਆਣੀ। ਰਜੂਲੀਅਤ ਤੋਂ ਬਾਅਦ ਹੋਇਆ ਸੀ। ਕਿਹੜਾ ਦੀਨ ਹੈਗਾ ਜਿਹਦਾ 10 ਮਹੀਨੇ ਦਾ ਖੋਤੀ ਵਾਲਾ ਹਮਲ ਹੋ ਰਿਹਾ ਤੁਹਾਡੇ ਮਿਰਜ਼ੇ ਨੂੰ? ਇੱਕ ਗੱਲ ਕਰੋ ਨਾ, ਇੱਕ ਪਲੀਜ਼ ਇੱਕ ਗੱਲ ਕਰੋ। ਇੱਕ ਤੈਨੂੰ ਗੱਲ ਹੀ ਨਹੀਂ ਕਰਨ ਦੇਣ ਡਿਆ ਯਾਰ ਮੈਨਚੇਸਟਰ, ਤੈਨੂੰ ਗੱਲ ਹੀ ਨਹੀਂ ਕਰਨ ਦੇਣ ਡਿਆ। ਨਹੀਂ ਮੈਨਚੈਸਟਰ ਨਾਲ ਕੀ ਗੱਲ ਕਰਨੀ ਤੂੰ ਮੈਨੂੰ ਦੱਸ ਨਾ ਪਹਿਲੇ। ਹਾਂ ਮੈਨਚੈਸਟਰ ਸਾਹਿਬ ਤੁਸੀਂ ਮਾਈਕ ਬੰਦ ਕਰੋ ਜ਼ਰਾ, ਮੈਨੂੰ ਇਹਦਾ ਇਲਾਜ ਕਰ ਲੈਣ ਦਿਓ। ਮੈਨਚੇਸਟਰ ਤੂੰ ਗੱਲ ਕਰ। ਨਹੀਂ ਤੂੰ ਮੈਨੂੰ ਦੱਸਣਾ, ਤੂੰ ਰੋਜ਼ ਤਮਾਸ਼ਾ ਫੜਿਆ ਆ ਕੇ ਫਲਾਣੇ ਨਾਲ ਮੈਂ ਗੱਲ ਕਰਨੀ ਤੇ ਲਾਣੇ ਨਾਲ ਕਰੀ, ਤੂੰ ਮੈਨੂੰ ਦੱਸਣਾ। ਇਹ ਮਿਰਜ਼ੇ ਗੁਲਾਮ ਕਾਦਰ ਨੂੰ ਜਿਹੜਾ 10 ਮਹੀਨੇ ਦਾ ਹਮਲ ਹੋਇਆ ਸੀ ਤੇ ਕਹਿੰਦਾ ਸੀ ਫਿਰ ਮੈਂ ਆਪਣੇ ਆਪ ਚੋਂ ਮੈਂ ਖੁਦ ਹੀ ਪੈਦਾ ਹੋ ਗਿਆ, ਮੈਂ ਵਲਦ ਮੈਂ ਇਹ ਕਿਹੜਾ ਦੀਨ ਆ? ਇਹ ਦੱਸ ਨਾ ਕਿਹੜਾ ਦੀਨ ਆ? ਆ ਜਿਹੜਾ ਮਿਰਜ਼ੇ ਗੁਲਾਮ ਕਾਦਰ ਨੇ ਕਿਹਾ ਕਿ ਮੇਰਾ 10 ਮਹੀਨੇ ਦਾ ਹਮਲ ਹੋਇਆ, ਕਿਹੜਾ ਦੀਨ? ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀਨ ਹੈ। ਹੁਣ ਦੱਸ ਬਸ ਇੱਕ ਮਿੰਟ ਠਹਿਰ ਜਾ, ਬੰਦ ਹੋ ਗਿਆ ਮੂੰਹ। ਅੱਛਾ ਜਾਨੀ ਮੈਨਚੇਸਟਰ ਜਾਨੀ ਤੁਹਾਡਾ ਫਿਰਕਾ ਕਿਹੜਾ? ਜਾਨੀ ਇਹ ਦੀਨ ਹੈਗਾ ਉਸ ਕੁੱਤੇ ਦੇ ਬੱਚੇ ਖੰਜੀਰ ਦਾ, ਉਸ ਹਰਾਮਜ਼ਾਦੀ ਮਿਰਜ਼ੇ ਦਾ, ਉਸ ਖੋਤੀ ਦੇ ਬੱਚੇ ਮਿਰਜ਼ੇ ਦਾ, ਇਹ ਖੋਤੀ ਦੇ ਬੱਚੇ ਖੰਜੀਰ ਦੇ ਬੱਚੇ ਸੂਅਰ ਦੇ ਬੱਚੇ ਮਿਰਜ਼ੇ ਗੁਲਾਮ ਕਾਦਿਆਨੀ ਦਾ, ਜਿਹੜਾ ਆਪਣੀ ਬੀਵੀ ਨੂੰ ਹੁਣ ਰੋਕੇ ਤੇ ਬਗੈਰਤ ਦਿਆ ਬੱਚਿਆ। ਇਹ ਉਸ ਖੰਜੀਰ ਦਾ ਦੀਨ ਆ, ਉਸ ਖੰਜੀਰ ਦੇ ਬੱਚੇ ਮਿਰਜ਼ੇ ਗੁਲਾਮ ਕਾਦਿਆਨੀ ਦਾ। ਉਹ ਜਿਹੜਾ ਆਪਣੀ ਬੀਵੀਆਂ ਨੂੰ ਜਿਹੜਾ ਖੰਜੀਰਾਂ ਦੇ ਥੱਲੇ ਭੇਜਦਾ ਸੀ, ਉਸ ਖੰਜੀਰ ਦਾ ਦੀਨ ਹੈ। ਇੱਕ ਮਿੰਟ ਉਸ ਦਜਾਲ ਖੰਜੀਰ ਕੁੱਤੇ ਦੀ ਸੱਟ, ਖੋਤੇ ਦੀ ਸੱਟ, ਖੰਜੀਰ ਤੇ ਸੂਅਰ ਦੀ ਸੱਟ ਮਿਰਜ਼ਾ ਗੁਲਾਮ ਕਾਦਿਆਨੀ। ਸਹੀ। ਅੱਛਾ ਇਹ ਜਿਹੜਾ ਠੱਗ ਸੀ ਨਾ ਇਹ ਉਹਦਾ ਦੀਨ ਆ। ਅੱਛਾ ਇਹ ਜਿਹੜਾ ਹਰਾਮਜ਼ਾਦਾ ਸੀ ਨਾ ਮਿਰਜ਼ਾ ਗੁਲਾਮ ਕਾਦਿਆਨੀ, ਇਹ ਉਹਦਾ ਦੀਨ ਆ। ਇਹ ਜਿਹੜਾ ਕੁੱਤੇ ਦਾ ਬੱਚਾ ਸੀ ਨਾ ਮਿਰਜ਼ਾ ਗੁਲਾਮ ਕਾਦਿਆਨੀ, ਇਹ ਉਹਦਾ ਦੀਨ ਆ। ਇਹ ਜਿਹੜਾ ਖੋਤੀ ਦਾ ਬੱਚਾ ਸੀ ਨਾ ਮਿਰਜ਼ਾ ਗੁਲਾਮ ਕਾਦਿਆਨੀ, ਇਹ ਉਹਦਾ ਦੀਨ ਆ। ਇਹ ਜਿਹੜਾ ਹਰਾਮਜ਼ਾਦਾ ਸੀ ਨਾ ਮਿਰਜ਼ਾ ਗੁਲਾਮ ਕਾਦਿਆਨੀ, ਜਿਹਦੀ ਮਾਂ ਤੇ ਪਤਾ ਨਹੀਂ ਕਿੰਨੇ ਕੁ ਚੜੇ ਹੋਣੇ ਤੇ ਵਿੱਚੋਂ ਇਹ ਹਰਾਮ ਦੀ ਸੱਟ ਜੰਮਿਆ ਸੀ ਮਿਰਜ਼ਾ ਗੁਲਾਮ ਕਾਦਿਆਨੀ, ਇਹ ਉਹਦਾ ਦੀਨ ਆ।
ਇਹ ਕਿਸੇ ਕੁੱਤੇ ਦੇ ਬੱਚੇ ਦਾ ਦੀਨ ਹੈ ਜਿਹੜਾ ਕਹਿੰਦਾ ਮੈਨੂੰ 10 ਮਹੀਨੇ ਦਾ ਹਮਲ ਹੋਇਆ ਤੇ ਕਦੀ ਕਹਿੰਦਾ ਮੈਨੂੰ ਮੇਰੇ ਖੁਦਾ ਜਲਾਸ਼ ਨੇ ਮੇਰੇ ਨਾਲ ਜਨਾਬ ਜ਼ਨਾ ਕੀਤਾ। ਇਹ ਉਹਦਾ ਦੀਨ ਆ। ਮੈਂ ਇੱਕ ਹੋਰ ਗੱਲ ਕੁੱਤੇ ਦੇ ਦੱਸਾਂ ਬੱਚੇ ਨੇ ਹੋਣ ਤੇ ਜਿਹੜਾ ਉਸ ਟਾਈਮ ਜਿਹੜੇ ਗੁਲਾਮ ਮਿਰਜ਼ਾ ਸਾਹਿਬ ਦੀ ਜਿਹੜੀ ਸ਼ਾਦੀ ਹੋਣੀ ਸੀ ਨਾ, ਇਹਨਾਂ ਨੇ ਇਸ ਤਰ੍ਹਾਂ ਜਿਹੜੇ ਰਿਸ਼ਤਾ ਮੰਗਣ ਗਏ ਨੇ ਨਾ, ਉਸ ਅਗਲੀ ਲੜਕੀ ਦੇ ਘਰ ਗਏ ਨੇ, ਉਹਨਾਂ ਨੇ ਇਨਕਾਰ ਕਰ ਦਿੱਤਾ, ਅਸੀਂ ਨਹੀਂ ਆਪਣੀ ਬੇਟੀ ਦੇਣੀ ਤੁਹਾਡੇ ਨਾਲ, ਅਸੀਂ ਵਿਆਹਣਾ। ਫਿਰ ਅੱਗੋਂ ਇਹਨਾਂ ਨੇ ਗੁਲਾਮ ਮਿਰਜ਼ਾ ਸਾਹਿਬ ਇਸ ਤਰ੍ਹਾਂ ਪਲੀਤ ਜਾਨਵਾਰੇ ਉਹਦੇ ਮਤਲਬ ਜ਼ੋਰੇ ਸ਼ਾਦੀ ਕਰਕੇ ਉਹਦੇ ਬਾਪ ਨੂੰ ਕਤਲ ਕੀਤਾ ਹਾ। ਆਈ ਜੇ ਸਮਝ ਗੱਲ, ਇਹੋ ਜਿਹਾ ਬਗੈਰਤ ਹੈ ਜਿਹੜੇ ਇਨਸਾਨ ਨੇ। ਮਤਲਬ ਇਹ ਕਹਿੰਦੇ ਨੇ ਉਹ ਸ਼ਾਦੀ ਕਰਕੇ ਬਾਅਦ ਵੀ ਫੌਤ ਹੋਇਆ, ਝੂਠ ਹੈ ਗੱਲ। ਉਹਨੂੰ ਵਿਚਾਰੇ ਨੂੰ ਜ਼ਹਿਰ ਦੇ ਕੇ ਉਹਦੇ ਵਾਲਦ ਨੂੰ ਕਤਲ ਕੀਤਾ ਇਹਨਾਂ ਨੇ, ਲੜਕੀ ਦੇ ਨੂੰ, ਤੇ ਲੜਕੀ ਨਾਲ ਜ਼ੋਰੇ ਸ਼ਾਦੀ ਕੀਤੀ ਹੈ। ਇਹ ਤੇ ਗੱਲਾਂ ਬੰਦਾ ਕਰਦਾ ਨਹੀਂ ਹੈ, ਤੁਹਾਨੂੰ ਕਿਹੜੇ ਵੀ ਨਹੀਂ ਲੱਭਦੇ। ਇਹ ਤੇ ਬੜੀਆਂ ਸੁਣੀਆਂ ਸੁਣਾਈਆਂ ਆਉਂਦੀਆਂ ਨੇ ਬਜ਼ੁਰਗਾਂ ਕੋਲੋਂ, ਤੁਸੀਂ ਸੁਣੋ ਨਾ ਵਡੇਰਿਆਂ ਬੰਦਿਆਂ ਕੋਲੋਂ, ਤਾਂ ਸਾਰੀਆਂ ਤੁਹਾਨੂੰ ਗੱਲਾਂ ਲੱਭਣਗੀਆਂ ਉਸ ਟਾਈਮ ਕੀ ਤਮਾਸ਼ਾ ਕਰਦੇ ਰਹੇ ਨੇ। ਤੇ ਅੱਗੋਂ ਨਾਲ ਇੱਕ ਹੋਰ ਗੱਲ ਹੈ, ਜਿਹੜਾ ਤੁਸੀਂ ਥੱਲੇ ਜਾਨੀ ਨੂੰ ਥੱਲੇ ਲਾਇਆ, ਇਹ ਕੌਣ ਹੈ ਬੰਦਾ, ਕਿਹੜੇ ਫਿਰਕੇ ਦਾ? ਛੱਡ ਦੋ ਮੈਨਚੈਸਟਰ ਭਾਈ, ਇਹ ਬਗੈਰ ਕਦੇ ਨਹੀਂ ਜੇ ਜ਼ਈ ਹੋਰ ਕਿਹੜਾ ਫਿਰਕਾ? ਮਰਜ਼ਈ ਸੀ, ਹੋਰ ਕਿਹੜਾ ਸੀ? ਅੱਛਾ ਮਰਜ਼ਈ, ਹਾਂ ਅੱਛਾ ਸਮਝ ਆ ਗਈ। ਨਬੀ ਕਰੀਮ ਸੱਲਮ ਤੇ ਅੰਬਿਆ ਇਕਰਾਮ ਤੇ ਭੌਂਕਣੇ ਵਾਲੇ ਸਵਾਏ ਕਾदियानियां तो दूसरे कोई भी नहीं। जिया भाई देखो, मैं बहुत घट उत्ते आना, लेकिन इस तो पहले एक बगैरत बैठिया सी, उसका नाम मैं नहीं देख सकिया। ਪ੍ਰੋਫੈਸਰ ਕੁੱਤੇ ਦਾ ਪੁੱਤਰ ਨਾਮ ਪ੍ਰੋਫੈਸਰ ਰੱਖਿਆ ਤੇ ਭੌਂਕ ਦਾ ਕੁੱਤੇ ਆ। जिया भाई देखो, मनु गल इतनी करनी नहीं आंदी, लेकिन तुहाडे नाल सिर्फ एक गुजारिश है कि इन्हां कमीनियां खंजीर दे तुखम ਜਿਹੜੇ ਨਾਏ ਨੇ, ਇਹਨਾਂ ਨੂੰ ਤੁਸੀਂ ਕੁਰਾਨ ਤੇ ਹਦੀਸ ਤੇ ਗੱਲ ਨਾ ਕਰੋ, ਇਹ ਇਸ ਕਾਬਿਲ ਹੀ ਨਹੀਂ। ਸਿਰਫ ਤੇ ਸਿਰਫ ਹੈ ਜਿਸ ਤਰ੍ਹਾਂ ਤੁਸੀਂ ਮਿਰਜ਼ੇ ਨੂੰ ਖੋਲਦੇ ਹੋ ਨਾ ਸਾਰੀ ਕਸਮ ਖੁਦਾ ਦੀ। ਜ਼ਿਆ ਬਾਈ ਮੇਰੇ ਅੱਲਾ ਗਵਾਹ ਜੇ, ਮੇਰੀ ਰੂਹ ਤੱਕ ਐਸਲੇ ਪੀ ਰੋਂਦੀ ਹੈ ਜੋ ਇਸ ਦੇ ਮੂੰਹ ਚੋਂ, ਯਾਰ ਇਹਨਾਂ ਦੇ ਮੂੰਹ ਤੇ ਅਲਫਾਜ਼ ਕਿਸ ਤਰ੍ਹਾਂ ਆਉਂਦੇ ਨੇ, ਮੈਨੂੰ ਇਹ ਨਹੀਂ ਸਮਝ ਆਉਂਦੀ ਕਦੇ। ਦੇਖੋ ਗੱਲ ਕਰਨੇ ਦਾ ਅੱਲਾਹ ਤਾਲਾ ਨੇ ਤੁਹਾਨੂੰ ਇੱਕ ਤਰੀਕਾ ਦਿੱਤਾ ਹੈ, ਤੇ ਅੱਲਾਹ has given you the eloquence of speech। ਬਿਲਕੁਲ ਭਾਈਜਾਨ ਛਿੱਕ ਕੇ ਇਹਨਾਂ ਨੂੰ ਰੱਖੋ, ਇਹਨਾਂ ਨੂੰ ਕੁਰਾਨ ਪਾਕ ਤੇ ਗੱਲ ਨਾ ਕਰੋ, ਖੁਦਾ ਦੀ ਕਸਮ ਮੇਰੇ ਫੈਸਲੇ ਰੋਂਦੇ ਇਹਨਾਂ ਨੇ ਜੋ ਬਕਵਾਸ ਕੀਤਾ ਨਾ। ਜ਼ਿਆ ਬਾਈ ਇਹਨਾਂ ਬਗੈਰਤਾਂ ਦਾ ਕੋਈ ਤਲਕ ਨਹੀਂ ਹੈ ਕੁਰਾਨ ਹਦੀਸ ਨਾਲ। ਆ ਤੁਸੀਂ ਇਹ ਖੰਜ਼ੀਰ ਨੂੰ ਕਰੋ ਨਾ ਸਾਬਤ, ਇਸ ਕੁੱਤੇ ਨੂੰ ਜਿਹਨੂੰ ਮੰਨਿਆ ਜੇ ਮਸੀਹ ਤੇ ਪਤਾ ਨਹੀਂ ਕੀ, ਇਹ ਖੰਜ਼ੀਰ ਨੂੰ ਕਰੋ ਸਾਬਤ। ਜੋ ਗੁਲਾਮ ਸਾਹਿਬ ਗੁਲਾਮ you know what it is basically, ਇਹ ਜਿਹੜੇ ਬੰਦੇ ਨੇ ਨਾ ਬਹੁਤ ਜ਼ਿਆਦਾ ਨੇ ਮਾਨਚੈਸਟਰ ਮਰਜ਼ਈ। Oh, yaar, Manchester, bhai, don't call them human beings. They do not qualify to be human. But the reason why I'm telling you this, the thing is, they ਇਤਨੇ jealous ਹੁੰਦੇ ਨੇ ਨਾ ਦੂਸਰੇ, ਮਤਲਬ ਸਾਡੇ ਸੁੰਨੀ ਫਿਰਕੇ ਤੋਂ, ਇਤਨੇ jealous, envy, you can't believe it. ਯਾਰ ਮੈਨਚੈਸਟਰ ਭਾਈ, ਇਹਨਾਂ ਦਾ ਇਸਲਾਮ ਨਾਲ ਲੈਣ ਦੇਣ ਕੁਝ ਨਹੀਂ ਨਾ। ਇਸ ਵਜ੍ਹਾ ਇਹ ਹੈ ਕਿ ਇਹਨਾਂ ਦਾ ਇਸਲਾਮ ਨਾਲ ਕੁਝ ਲੈਣ ਦੇਣ ਹੈ ਹੀ ਨਹੀਂ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਰ ਲੇਕਿਨ ਇਤਨੇ ਤੇਰੇ ਸੁੰਨੀ ਬਣੇ ਨੇ, ਛੁਪੇ ਸੁੰਨੀ ਬਣ ਜਾਂਦੇ ਨੇ। ਇਹੋ ਜਿਹੇ ਬੰਦੇ ਨੇ, 2-3 ਕੇਸ ਹੋਏ ਨੇ, ਮਤਲਬ ਫਿਰ ਅੱਗੋਂ ਡਿਵੋਰਸਾਂ ਵੀ ਹੋਈਆਂ ਨੇ, ਮਤਲਬ ਬੱਚੇ ਵਿਚਾਰੇ ਰੁਲਦੇ ਨੇ ਪਿਆ, ਇਤਨੀ ਪ੍ਰੋਬਲਮ ਹੋਈ ਹੈ। ਇਹਦੇ ਝੂਠ ਮਾਰਦੇ ਨੇ ਇਹ ਬਗੈਰਤ ਇਨਸਾਨ। ਮਰੋ ਤੁਸੀਂ ਆਪਣਾ ਫਿਰਕਾ, ਆਪਣੇ ਫਿਰਕੇ ਨਾਲ ਕਰੋ ਸ਼ਾਦੀਆਂ ਕਰਨੀਆਂ, ਸੁੰਨੀਆਂ ਵਿੱਚ ਕਰਦੇ ਹੋ, ਦੂਸਰੇ ਫਿਰਕਾਂ ਵਿੱਚ ਕਰਦੇ ਹੋ। ਫਿਰਕਾ ਨਾ ਕਹੋ, ਨਹੀਂ ਮੈਂ ਕਾਦੀਆਨੀਅਤ ਫਿਰਕਾ ਨਹੀਂ, ਇਹ ਅੱਲਾਹ ਦਾ ਇੱਕ ਦੀਨ ਹੈ। ਜੇ ਕੋਈ ਮੰਨਦੇ ਨੇ, ਜੇ ਕੋਈ ਕਰਦੇ ਨੇ, ਠੀਕ ਹੈ। ਜੇ ਕੋ ਆਪਣਾ ਬਣਾਇਆ ਨੇ ਸੈਪਰੇਟ, ਆਪਣੇ ਨਾਲ ਆਪਸ ਵਿੱਚ ਕਰਨ, ਦੂਸਰਿਆਂ ਨਾਲ ਨਾ ਕਰਨ, ਸਹੀ ਹੈ ਨਾ। ਜੈਸੇ ਭਾਈ ਮੈਂ ਤੁਹਾਨੂੰ ਇਹ ਦੱਸਣਾ ਪਿਆ ਕਿ ਇਹ ਫਿਰਕਾ ਨਹੀਂ ਹੈ, ਇਹਨਾਂ ਦਾ ਨਬੀ ਅਲੱਦਾ, ਇਹਨਾਂ ਦਾ ਖੁਦਾ ਅਲੱਦਾ, ਇਹਨਾਂ ਦਾ ਕੁਰਾਨ ਅਲੱਦਾ, ਹਰ ਚੀਜ਼ ਫਿਰਕਾ ਵੀ ਬਿਲਕੁਲ ਫਿਰਕਾ ਵੀ it's a complete, it's a parallel religion to Islam. It has nothing to do with Islam. Islam ਨਾਲ ਕੁਝ ਲੈਣ ਦੇਣ ਨਹੀਂ ਇਸਦਾ। ਇਹ parallel ਇੱਕ religion ਇਹਨਾਂ ਨੇ ਬਣਾਇਆ ਤੇ ਇਸਲਾਮ ਨਾਲ ਕੋਈ ਲੈਣ ਦੇਣ। ਇਹਨਾਂ ਦਾ ਨਬੀ ਨਹੀਂ, ਸਾਡਾ ਜਿਹੜਾ ਨਬੀ ਹੈ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨਾਲ ਕੋਈ ਲੈਣ ਦੇਣ ਨਹੀਂ। ਇਹਨਾਂ ਦਾ ਕਲਮਾ ਡਿਫਰੈਂਟ ਹੈ। ਅਸੀਂ ਨਾਲ ਲੰਨਿਆ ਆਪਣੇ ਪ੍ਰੋਫੈਟ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਕਰਕੇ ਲੰਨਿਆ, ਐਵੇਂ ਪੇ ਨਾ ਮੁਹੰਮਦ ਕਰਕੇ ਬੋਲਿਆ, ਤੇਰਾ ਕੋਈ ਰਿਸਪੈਕਟ ਹੀ ਕੋਈ ਨਹੀਂ ਹੈ। ਬਿਲਕੁਲ ਜ਼ਿਆ ਭਾਈ, ਤੁਸੀਂ ਦੇਖੋ, ਹੋ ਸਕਦਾ ਉਮਰ ਵਿੱਚ ਮੇਰੇ ਤੋਂ ਛੋਟੇ ਹੋ, ਲੇਕਿਨ ਮੇਰੀ ਇੱਕ ਛੋਟੇ ਭਰਾਵਾਂ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਕਿ ਇਹ ਖਬੀਸ ਦਾ ਬੱਚਾ ਜਿੱਥੇ ਤੁਹਾਨੂੰ ਮਿਲੇ, ਮੈਂ ਕਸਮ ਸੇ ਮੈਂ ਤੁਹਾਡਾ ਗੁਲਾਮ ਹੋ ਜਾਵਾਂਗਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ। ਨਹੀਂ ਛੋੜਨਾ ਇਹਨਾਂ ਨੂੰ, ਕਸਮ ਖੁਦਾ ਦੀ। ਬਕਵਾਸ ਹੈ ਜਿਹੜੀ 2 ਕਰਕੇ ਗਏ ਨਾ, ਇਹਨਾਂ ਨੂੰ ਨਾ ਛੋੜਿਓ, ਕਿ ਮੇਰਾ ਕਸਮ ਖੁਦਾ ਦੀ ਅਸਲੇ ਰੂਹ ਵੀ ਮੇਰੀ ਰੋਂਦੀ ਹੈ।
ਇਸ ਦੇ ਮੂੰਹ ਚ ਜਿਹੜਾ ਗੰਦ ਤੇ ਬਕਵਾਸ ਨਿਕਲਿਆ ਨਾ ਖੁਦਾ ਦੀ ਕਸਮ ਨਾ ਛੋੜੀ ਨਾ ਕਮੀਨਿਆਂ ਨੂੰ। ਨਹੀਂ ਇਹਨਾਂ ਦੀ ਟਕੋਰ ਇਹ ਹੀ ਹੋਏਗੀ। ਹੁਣ ਇਹ ਅੱਗੇ ਹੀ ਇਹ ਜਿਹੜੇ ਨੇ ਨਾ ਤੁਹਾਡੇ ਤੋਂ ਪਹਿਲੇ ही ਤੁਸੀਂ ਅੰਕਲ ਹੁੰਦੇ ਨੇ ਸਰ, लेकिन प्लीज मैं भाई ये कादियानी भी नहीं, ये मुल्हिद हैं, ये मिर्जा पे भी लानत डाल चुके हैं। ये वो लोग हैं खंजीर, मिर्जा ये वो खंजीर हैं जो मिर्जा को भी लानती मानते हैं। नहीं ये कादियानी ही है। देखो हर एक दी अपनी अपनी एक स्पैशलिटी होंदी है ना, ते मेरी उस नाल गल नहीं कर सकदा। ਸਾਡੀ ਸਪੈਸ਼ਲਿਟੀ ਕੁਝ ਹੋਰ ਹੈ ਜਿਹੜੀ ਮੈਂ ਇੱਥੇ ਦੱਸ ਵੀ ਨਾ ਸਕਦਾ। ਜਿਸ ਦਿਨ ਇਹ ਮੇਰੇ ਟਾਈ ਚੜ ਗਏ ਨਾ ਤੇ ਇਹਨਾਂ ਦੱਸਾਂਗਾ ਅੱਲਾਹ ਤਾਲਾ ਨੇ ਸਾਨੂੰ ਕੀ ਸਪੈਸ਼ਲਿਟੀ ਦਿੱਤੀ ਹੈ। ਲੇਕਿਨ ਜ਼ਿਆ ਭਾਈ ਜਿੱਥੇ ਵੀ ਤੁਹਾਨੂੰ ਮਿਲਣ ਮੈਂ ਤੁਹਾਡਾ ਕਸਮ ਖੁਦਾ ਦੀ ਮਸ਼ਕੂਰ ਹੋਵਾਂਗਾ। ਇਸ ਬਗੈਰਤ ਨੂੰ ਨਹੀਂ ਛੋੜਨੇ। ਦੋਏ ਜਿਹੜੇ ਕਮੀਨੇ ਖੰਜ਼ੀਰ ਦੇ ਤੁਖਮ ਹੋ ਕੇ ਲੰਘੇ ਨਾ ਇੱਥੋਂ, ਇਹਨਾਂ ਦਾ ਛੋੜੀ ਅੱਲਾਹ ਤੁਹਾਨੂੰ ਖੁਸ਼ ਰੱਖੇ। ਕਿਨੇ ਕਿਹਾ नहीं रिपीट कर सकता मंचस भाई, ये दोनों बगैरत दोनों सने ਜਿਹੜਾ ਤੁਹਾਡੇ ਨਾਲ ਐਮਡੀ ਦੀ ਗੱਲ ਕੀਤੀ, ਐਮਡੀ ਤੋਂ ਗੱਲ ਕੀਤੀ। ਅਥਵਾਲ ਸੀ ਤੇ ਕੋ ਦੂਜਾ ਜਿਹੜਾ ਆਇਆ ਸੀ प्रोफेसर अथवाल ते प्रोफेसर कुत्ते दे बच्चे ने। एमडी तो गाली नहीं देते भाई। पता नहीं कोई लगे टैं टैं कर, कुछ समझ आंदी को नहीं भी। बचंगा ਤੁਹਾਨੂੰ ਸਮਝ ਨਹੀਂ ਆਈ ਮੈਨਚੈਸਟਰ ਭਾਈ, ਬਿਹਤਰ ਹੈ ਤੁਹਾਨੂੰ ਸਮਝ ਨਹੀਂ ਆਈ। ਬਰਲ ਮਾਨਚੈਸਟਰ ਲੱਗੇ ਕਰਨ ਮਾਨਚੈਸਟਰ ਸੋ ਵਾਰੀ ਪਤਾ ਨਹੀਂ ਕੋਈ ਆਈ ਸੁਣਦਾ ਮਾਨਚੈਸਟਰ ਹੀ ਕਹਿੰਦੇ, ਸਮਝ ਨਹੀਂ ਆਈ ਪਤਾ ਨਹੀਂ ਕੀ ਭੌਂਕਦਾ ਹੋ ਪਿਆ। ਬਰਲ ਜ਼ਿਆ ਭਾਈ ਬਹੁਤ ਬਹੁਤ ਸ਼ੁਕਰੀਆ ਤੇ ਗੁਜ਼ਾਰਿਸ਼ ਮੇਰੀ ਯਾਦ ਰੱਖਿਓ ਤੇ ਮੈਂ ਥੱਲੇ ਬੈਠ ਕੇ ਸੁਣਾਂਗਾ ਤੁਹਾਨੂੰ। ਜੀ ਪਰੇਸ਼ਾਨ ਨਾ ਹੋ, ਇਹਨਾਂ ਦਾ ਅਸੀਂ ਇਹ ਇਲਾਜ ਕਰਾਂਗੇ। ਨਾਲ ਇੱਕ ਹੋਰ ਗੱਲ ਤੁਹਾਨੂੰ ਮੈਂ ਦੱਸਾਂ, ਅਸੀਂ ਜਾਂਦੇ ਆ ਨਮਾਜ਼ ਪੜ੍ਹਨੇ ਆ ਜਾ ਕੇ ਮਸਜਿਦ ਵਿੱਚ, ਸੁੰਨੀ ਮਸਜਿਦ ਵਿੱਚ, ਉੱਥੇ ਪਤਾ ਦੇਖੀ ਛੁਪ ਕੇ ਮਰਜ਼ਈ ਜਾ ਕੇ ਪੜਨ ਲੱਗੇ ਹੁੰਦੇ ਨੇ ਨਮਾਜ਼। ਇਹ ਕੀ ਹਿਸਾਬ ਹੈ, ਮੈਨੂੰ ਸਮਝ ਨਹੀਂ ਆਉਂਦੀ ਹੈ। ਡੇਟਾ ਗੈਦਰਿੰਗ, ਸਿੰਪਲ ਵਰਡਸ। ਪਤਾ ਨਹੀਂ ਹੁਣ ਡੇਟਾ ਗੈਦਰਿੰਗ ਕਰਦੇ ਨੇ ਮਤਲਬ ਮੈਂ ਅਸਲ ਚ ਮਾਨਚੈਸਟਰ ਦੇ ਨਜ਼ਦੀਕ ਹਾਂ, ਆਊਟਸਾਈਡ ਮਾਨਚੈਸਟਰ ਨਵਾਂ ਹੀ ਮੂਵ ਹੋਇਆ, ਲੇਕਿਨ ਪਤਾ ਲੱਗ ਜਾਂਦਾ ਹੈ ਮਰਜ਼ਈ ਹੈ ਬਿਕਾਜ਼ ਆਈ ਨੋ ਥਰੂ ਸਮ ਇਨਫੋਰਮੇਸ਼ਨ। ਤੇ ਉੱਥੇ ਜਾ ਕੇ ਜੁਮਾ ਫਰਾਈਡੇ ਜੁਮੇ ਪੜਨ ਲੱਗੇ ਹੁੰਦੇ ਨੇ। ਪਤਾ ਨਹੀਂ ਹੈ ਕੀ ਹਿਸਾਬ ਹੈ। ਜਾ ਕੇ ਤੁਸੀਂ ਕਰੋ ਆਪਣੇ ਮਤਲਬ ਆਪਣੇ ਨਾ ਕਰੋ ਜੇ ਕਰਦੇ ਹੋ। ਸੁਨੀਆਂ ਦੀਆਂ ਮਸਜਿਦਾਂ ਚ ਵੜੇ ਨੇ, ਜਾ ਕੇ ਨਮਾਜ਼ਾਂ ਪੜ੍ਹਦੇ ਨੇ। ਸਮਝ ਨਹੀਂ ਆ ਮੈਨੂੰ। ਇਹਦੇ ਨਾਲ ਤੁਸੀਂ ਕੰਪਲੀਟ ਆਪਣਾ ਛੱਡ ਦੋ ਤੇ ਸਹੀ ਸਿੱਧੇ ਪਾਸੇ ਲੱਗੋ। 50-50 ਇੱਧਰ ਤੇ 50% ਇੱਧਰ ਸਾਡੀ ਸੁਨੀਆਂ ਮਸਜਿਦ ਚ ਆਉਂਦੇ ਨੇ, ਕੀ 20% ਆਪਣੀਆਂ ਵਿੱਚ ਵੜੇ ਹੁੰਦੇ ਨੇ, ਜਾ ਕੇ ਪੜ੍ਹਨ ਲੱਗੇ ਹੁੰਦੇ ਉਧਰ ਨਮਾਜ਼ਾਂ। ਨਹੀਂ ਮਨਚੈਸਟਰ ਭਾਈ ਤੁਹਾਡੀ ਮਿਸ ਇੰਟਰਪ੍ਰੀਟੇਸ਼ਨ ਹੈ, ਇਹ ਸਾਡੇ ਚ ਨਹੀਂ ਆਉਂਦੇ ਬਿਲਕੁਲ। ਇਹ ਤੇ ਹਰਮ ਵਿੱਚ ਜਾ ਕੇ ਨਮਾਜ਼ ਨਹੀਂ ਪੜ੍ਹਦੇ। ਮੈਂ ਦੱਸਾਂ ਨਹੀਂ ਆਉਂਦੇ ਨੇ ਲੇਕਿਨ ਨਮਾਜ਼ ਵਾਸਤੇ ਨਹੀਂ ਆਉਂਦੇ, ਇਹ ਨਮਾਜ਼ ਵਾਸਤੇ ਨਹੀਂ ਆਉਂਦੇ। ਸਵਾਲ ਹੀ ਨਹੀਂ ਪੈਦਾ ਹੁੰਦਾ। ਵਾਕਈ ਤੁਹਾਡੀ ਗੱਲ ਸਹੀ ਹੈ। ਕੋਈ ਡੇਟਾ ਗੈਦਰਿੰਗ ਪਤਾ ਕਰਨੇ ਵਾਸਤੇ ਕਿੰਨੇ ਬੰਦੇ ਆਏ, ਕੌਣ ਆਇਆ, ਕੀ ਹੋ ਰਿਹਾ, ਕਿ ਨਹੀਂ, ਇਨਫੋਰਮੇਸ਼ਨ ਗੈਦਰਿੰਗ, ਦੈਟਸ ਆਲ। ਮੈਂ ਦੱਸਣਾ ਕੋਈ ਸਬੂਤ ਕਿਉਂ। ਮੈਂ ਨਾ ਅਸਲ ਵਿੱਚ ਨਾ ਇਹ ਜਿਹੜੀ ਡਿਬੇਟ ਚੈਨਲ ਹੁੰਦੇ ਨੇ ਨਾ YouTube ਤੇ, ਕਾਫੀ ਸਾਲ ਡੇਢ ਹੋ ਗਿਆ, ਕਾਫੀ ਇਹਨਾਂ ਦੀਆਂ ਮਰਜ਼ਈਆਂ ਦੀਆਂ ਗਰੁੱਪਾਂ ਕਾਫੀ ਆਈਆਂ ਨੇ ਤੇ ਮੈਂ ਇਹਨਾਂ ਨੂੰ ਕਾਫੀ ਚੈਲੰਜ ਕਰਦਾ ਰਿਹਾ ਇਹਨਾਂ ਨਾਲ। ਤੇ ਅੱਗੋਂ ਜਿਹੜੇ ਇੱਕ ਦੋ ਜਿਹੜੇ ਬੰਦੇ ਆਏ ਨੇ ਨਾ, ਉਹ ਅੱਗੋਂ ਉਹ ਸਪੋਰਟ ਕਰਦੇ ਇਹਨਾਂ ਨੂੰ, ਮਰਜ਼ਈਆਂ ਨੂੰ ਕਰਦੇ ਪਏ ਸਪੋਰਟ। ਤੇ ਮੈਂ ਹੈਰਾਨ ਹੋ ਗਿਆ ਕਿੱਧਰ ਮਰਜ਼ਈਆਂ ਨੂੰ ਸਪੋਰਟ ਕਰਦੇ ਆ ਤੇ ਮੈਂ ਇਹਨੂੰ ਸਪੈਸ਼ਲ ਜਾਣਨਾ। 20 ਸਾਲ ਹੋ ਗਏ ਨੇ ਇਸ ਬੰਦੇ ਨੂੰ ਮੈਂ ਜਾਣਨਾ ਤੇ ਛੁਪਿਆ ਮਰਜ਼ਈ। ਆਈ ਸਮਝ? ਬਿਲਕੁਲ ਛੁਪਿਆ ਮਰਜ਼ਈ ਤੇ ਆਪਣੀ ਵਾਈਫ ਨੂੰ ਡਿਵੋਰਸ ਦਿੱਤੀ ਸੂ। ਉਹ ਇਸ ਗੱਲੇ ਉਹਨਾਂ ਵਿਚਾਰਿਆਂ ਨੂੰ ਇਤਨਾ ਲੇਟ ਪਤਾ ਲੱਗਿਆ ਹੈ ਜਿਹੜਾ ਮਤਲਬ ਇਹ ਮਰਜ਼ਈ ਹਾਂ। ਹੁਣ ਜਾ ਕੇ ਦੂਸਰੀ ਸ਼ਾਦੀ ਕੀਤੀ ਸੂ ਪਾਕਿਸਤਾਨ। ਉਹ ਜਿਹੜਾ ਪਹਿਲੀ ਜਿਹੜੀ ਇੱਥੇ ਦੀ ਸੁੰਨੀ ਬੀਵੀ ਸਾਡੇ ਟਾਊਨ ਦੀ ਏ, ਉਹਦੇ ਬੱਚੇ ਵੀ ਹੈ, ਧੀ ਹੈ ਸੂ, ਇੱਕ ਤੇ ਇੱਕ ਛੋਟਾ ਬੇਟਾ ਵੀ ਹੈ ਸੂ। ਉਹਨਾਂ ਨੂੰ ਮਤਲਬ ਇਹ ਆਪਣੀ ਬੀਵੀ ਨੂੰ ਤਲਾਕ ਦੇ ਕੇ ਤੂੰ ਦੂਸਰੀ। ਮਨਚੈਸਟਰ ਭਾਈ ਇੱਕ ਚੀਜ਼ ਪਲੀਜ਼ ਇਹ ਨਹੀਂ ਰੱਖੋ, ਸੁੰਨੀ ਨਾ ਕਹੋ ਤੇ ਨਾ ਹੀ ਇਹਨਾਂ ਨੂੰ ਐਮਡੀ ਕਹੋ। ਮੁਸਲਮਾਨ ਆਪਣੇ ਮੁਸਲਮਾਨ ਇਹ ਮਰਜ਼ਈ ਨੇ, ਐਮਡੀ ਜਾਂ ਮਰਜ਼ਈ। ਮੈਂ ਇਹਨਾਂ ਨੂੰ ਸੁੰਨੀ ਨਹੀਂ ਆਖਦਾ ਪਿਆ, ਮੈਂ ਆਖਿਆ ਉਹ ਮਰਜ਼ਈ ਨੇ ਸ਼ਾਦੀ ਕੀਤੀ ਹੈ ਸੁੰਨੀ ਔਰਤ ਨਾਲ। ਨਹੀਂ ਕੋਈ ਨਾ ਮੁਸਲਮਾਨ, ਅਸੀਂ ਮੁਸਲਮਾਨ ਤੇ ਸੁੰਨੀ ਮੁਸਲਮਾਨ, ਉਹਨਾਂ ਨਾਲ ਸ਼ਾਦੀ ਕਰਕੇ ਤੇ ਫਿਰ ਬਾਅਦ ਵਿੱਚ ਪਤਾ ਲੱਗਿਆ 20 ਸਾਲਾਂ ਬਾਅਦ ਇਹ ਮਰਜ਼ਈ ਨਿਕਲਿਆ। ਸਮਝ ਆਈ ਜੇ ਨਾ ਗੱਲ। ਪਾਕਿਸਤਾਨ ਨੂੰ ਉਹ ਮੁੰਡਾ ਸ਼ਾਦੀ ਕਰਕੇ ਲੈ ਕੇ ਆਏ ਉਹ ਮਰਜ਼ਈ ਨੂੰ ਤੇ ਐਡੇ ਝੂਠ ਮਾਰਦੇ ਨੇ। ਇਹੋ ਜਿਹੇ ਚਵਲ ਬੰਦੇ ਨੇ।
ਜੀ ਇਹਨਾਂ ਦੇ ਮਰਜ਼ਈ, ਇਹਨਾਂ ਦਾ ਜਿਹੜਾ ਵੱਡਾ ਮਿਰਜ਼ਾ ਹੈ ਮਿਰਜ਼ਾ, ਇਹਨੇ ਥੋੜਾ ਕੰਮ ਚੁੱਕੇ। ਅਸੀਂ ਪੜ੍ਹੋ ਇਹਦੀਆਂ ਕਿਤਾਬਾਂ, ਪੜ੍ਹੋ ਇਸਦੇ ਹਵਾਲੇ, ਲੱਗ ਤੁਹਾਨੂੰ ਪਤਾ ਜਾਏਗਾ। ਦੁਨੀਆ ਦਾ ਸਭ ਤੋਂ ਮਹਿਲਾ ਸ਼ੈਤਾਨ ਵੀ ਇਸ ਨੂੰ ਪਨਾਹ ਮੰਗਦਾ ਹੋਣਾ ਝੂਠ ਵਿੱਚ। ਜ਼ਿਆ ਭਾਈ ਅਲਾਮਾ ਸਾਹਿਬ ਤੇ ਚੜੇ ਦੇ ਨੇ ਹੁਸੈਨੀ ਸਾਹਿਬ ਦੀ ਬਰਾੜ ਤੇ। ਉੱਥੇ ਕੀ ਚੱਲ ਰਿਹਾ? ਉਹ ਉੱਥੇ ਕੀ ਨੇ ਤੇ ਮਰਜ਼ਈ, ਉੱਥੇ ਵੀ ਇਕੱਲੇ ਹੀ ਬੈਠੇ ਨੇ ਮਰਜ਼ਈ ਤੇ ਨਸ ਨਸਾ ਕੇ ਉਹਨਾਂ ਨੂੰ ਤੱਕ ਕੇ ਯਾਰ ਅੱਜ ਬਹੁਤ ਜ਼ਿਆਦਾ ਕਲਾਸ ਲਾਈ ਇਹਨਾਂ ਨੇ। ਓਏ ਹੋਏ ਹੋਏ ਹੋਏ, 4-4 5-5 ਬੰਦੇ ਜਨਾਬ। ਅੱਛਾ ਕਿਸੇ ਦਾ ਮਾਈਕ ਵੀ ਅਸੀਂ ਮਿਊਟ ਨਹੀਂ ਕਰਦੇ, ਤੇ ਤੂੰ ਬੋਲ ਲੈ ਜੋ ਬੋਲਣਾ, ਜਦ ਤੱਕ ਸ਼ਾਤਮੀਅਤ ਨਹੀਂ ਕਰਦਾ। ਅੱਜ ਅਮਰ ਭਾਈ ਬੜੇ ਚੁੱਪ ਚੁੱਪ ਨੇ। ਅਮਰ ਭਾਈ ਤੁਸੀਂ ਕੋਈ ਸੁਣਾਓ ਜੀ। ਆਮਰ ਭਾਈ ਦੂਈ ਬਰਾੜ ਤੇ ਬੈਠੇ, ਉਹੀ ਤੁਹਾਨੂੰ ਦੱਸ ਰਿਹਾ। ਇਹ ਉਹਨਾਂ ਦਾ ਜ਼ਿਲ ਬਰੂਜ਼ ਏ ਹਕੀਕੀ ਜਿਹੜੇ ਨੇ, ਇਹ ਗੈਰ ਮੁਸਤਕਿਲ ਬੈਠੇ ਦੇ ਨੇ ਇੱਥੇ। ਗੈਰ ਮੁਸਤਕਿਲ, ਗੈਰ ਤਸ਼ਰੀਹੀ, ਜ਼ਿਲੀ, ਬਰੂਜ਼ੀ, ਅਕਸੀ, ਮਜਾਜ਼ੀ ਰੰਗ ਵਿੱਚ ਬੈਠੇ ਨੇ। ਅਮਰ ਭਾਈ ਮਤਲਬ ਜਿਸ ਤਰ੍ਹਾਂ ਕੋਈ ਗੱਲ ਕਰਦੇ ਨੇ ਨਾ, ਸਾਰਿਆਂ ਦੇ ਮੂੰਹ ਬੰਦ ਹੋ ਜਾਂਦੇ ਨੇ। ਉੱਥੇ ਵੀ ਜਿਹੜਾ ਨਾ ਨਜਫ ਬੈਠਾ ਹੈ, ਤਾਰਿਕ ਜਵੇਦ ਬੈਠਾ ਹੈ, ਦੀਲ ਬੈਠਾ ਹੈ, ਤੇ ਮਰਜ਼ਈ ਕੋਈ ਨਹੀਂ ਉੱਤੇ ਚੜੇ। ਵਰਨਾ ਇਹ ਰੋਜ਼ ਉੱਥੇ ਬੈਠੇ ਹੁੰਦੇ ਸਨ। ਅਸੀਂ ਨਿਸ਼ਾਬ ਅੱਜ ਇਹਨਾਂ ਨੇ ਸਾਡੀ ਬਰਾੜ ਨਾ ਜ਼ਿਆ ਬਾਈ 3 ਬਰਾੜਾਂ ਤੇ ਮੈਂ ਦੇਖਿਆ ਚੱਲ ਰਹੀ ਸੀ, ਔਰ ਹੋ ਕੇ ਰਿਹਾ ਮਰਜ਼ਈਆਂ ਦੇ ਛਿੱਤਰ ਪੈ ਰਹੇ ਨੇ। ਜ਼ਿਆ ਭਾਈ ਇੱਕ ਸਵਾਲ ਹੈ ਤੁਹਾਡੇ ਨਾਲ, ਲੱਗਦਾ ਜ਼ਿਆ ਭਾਈ ਵੀ ਉਧਰ ਹੀ ਚਲੇ ਗਏ ਨੇ। ਅੱਛਾ ਜ਼ਿਆ ਭਾਈ, ਜ਼ਿਆ ਭਾਈ ਮੈਂ ਇਹ ਸੁਣਿਆ ਇੱਕ ਹਵਾਲਾ, ਮੈਨੂੰ ਯਾਦ ਨਹੀਂ ਕਿੱਥੇ ਹੈ ਜਾਂ ਨਹੀਂ, ਅੱਲਾਹੁ ਆਲਮ, ਲੇਕਿਨ ਅਗਰ ਮੈਨੂੰ ਗਲਤੀ ਹੋਈ ਹੈ ਤਾਂ ਪਲੀਜ਼ ਮੈਨੂੰ ਕਰੈਕਟ ਕਰਿਓ। ਇਹ ਪਤਾ ਨਹੀਂ ਇਹਨਾਂ ਦੀ ਕਿਸੇ ਕਿਤਾਬ ਵਿੱਚ ਲਿਖੀ ਹੈ ਕਿ ਜਿਹੜਾ ਇਹਨਾਂ 'ਚ ਜ਼ਿਆਦਾ ਮੋਮਿਨ ਹੁੰਦਾ ਹੈ ਉਹ ਖੱਸੀ ਹੋ ਜਾਂਦਾ ਹੈ। ਇਸ ਤਰ੍ਹਾਂ ਦਾ ਹੈ ਕੋਈ ਹਵਾਲਾ? ਆਹੋ ਹੈਗਾ। ਲਓ ਕਰ ਲਓ ਗੱਲ, ਯਾਨੀ ਕਿ ਇਹਨਾਂ ਦੇ ਮੁਰੱਬੀ ਸਾਰੇ ਖੱਸੀ ਨੇ ਆਪੇ। ਫਿਰ ਹੈ ਬਿਲਕੁਲ ਇੰਝ ਹੀ ਲਿਖਿਆ ਹੈ। ਚਲੋ ਮੋਮਨ ਖੱਸੀ ਹੁੰਦਾ ਹੈ, ਇਹਨਾਂ ਦਾ ਮੋਮਨ ਸਾਰੇ ਖੱਸੀ ਹੁੰਦੇ ਨੇ। ਠੀਕ ਹੋ ਗਿਆ, ਬਸ ਇਹ ਮੈਂ ਕਨਫਰਮ ਕਰਾਉਣਾ ਸੀ। ਲਓ ਜੀ ਜ਼ਿਆ ਬਾਈ ਤੁਸੀਂ ਵੀ ਕਰੋ ਰੈਸਟ, ਤੇ ਅਸੀਂ ਵੀ ਚਲੀਏ। ਵਾਹ ਅੱਜ ਤਬਲੀਗ ਹੋਈ ਹੈ। ਵੈਸੇ ਉਹ ਜਿਹੜਾ ਅਹਿਮਦ ਜੱਟ ਹੈ ਨਾ, ਉਹ ਹਿੱਲੀ ਦੀ ਵਿਕਟ ਹੈ। ਉਹ ਜਿਹੜਾ ਬੈਠਾ ਸੀ ਨਾ ਇਹਦੇ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਉਹ ਬਿਲਕੁਲ ਹਿੱਲੀ ਦੀ ਵਿਕਟ ਹੈ, ਤੇ ਉਹ ਵਿਕਟ ਜਿਹੜੀ ਹੈ ਨਾ ਅਸੀਂ ਉਡਾ ਸਕਦੇ ਹਾਂ। ਅੱਲਾ ਖੈਰ ਕਰਨ, ਅੱਲਾ ਉਡਾਣ ਕੇ ਉਹਨੂੰ ਇਨਸ਼ਾਅੱਲਾ ਵਾਪਸ ਲੈ ਕੇ ਆਏਗਾ ਇਸਲਾਮ ਵਿੱਚ। ਠੀਕ ਹੈ ਜ਼ਿਆ ਭਾਈ, ਆਓ ਉਧਰ ਹੀ ਚਲੀਏ। ਬਲਕਿ ਅਲਾਮਾ ਸਾਹਿਬ ਦੀ ਗੱਲ ਚਲੋ ਮੈਂ ਆਨਾ, ਕੋਈ ਆਂਦੇ ਆ ਕੋਈ ਤੇ ਮੈਂ ਵੀ ਆਨਾ। ਠੀਕ ਮਿਲਨੇ हैं। चलो ओके सर। अल्लाह हाफिज़। ਜਿਹੜਾ ਹਜ਼ਰਤ ਮਸੀਹ ਮੌਦ अलैहिस्सलाम ਦਾ